पंकज बंदन पद पंकज बंदन सिमरो अंगद दुख निकंदन। अमर दास गुर हृदय नित ध्यावो जी हृदय नित ध्यावो। श्री गुर रामदास गुण गावो। श्री अर्जन विघ्नन के नासक विघ्नन के नासक। हर गोबिंद शुभ समत प्रकाशक। श्री हरि राय नमो कर जोरी नमो कर जोरी। गुर हर कृष्ण मनाए बहोरी। तेग बहादुर परम कृपाला जी परम कृपाला। श्री गुर गोबिंद सिंह विसाला। तरों तरा पर पुन पुन सीसा जी पुन पुन सीसा। बंदो बार बार जगदीसा। जिसमें अमृत ज्ञान है माणक भगत वैराग। गुरु ग्रंथ साहिब उदर बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। जीव अनोज जाए जिह जाई। परम मीत जो तहाँ सहाई। सारब भूम शरण जिह प्रणाम। तिह नर उर डर क्यों फिर करना। जीव अनोज जाए जिह जाई। वाहिगुरु जी का खालसा वाहिगुरु जी की फतेह। सतगुरु दीन दयाल भगत वत्सल। धन धन श्री गुरु नानक देव साहिब जी महाराज। पंथ दे वाली साहिबे कमाल अमृत के दाते। धन धन श्री गुरु गोबिंद सिंह साहिब जी महाराज। दसे गुरु साहिबाना दी आत्मक जोत जागदी जोत। चवर छतर सिंघासन तख्त दे मालक। धन धन श्री गुरु ग्रंथ साहिब जी महाराज। सतगुरु जी दी साजी निवाजी गुरु खालसा गुरु रूप साध संगत जीओ। आप गुरु खियां संगतां संध्या दे समय तो सतगुरु जी दे पावन पवित्र स्थान विखे जुड़ रहे हो। सच्चे पातशाह जी दी धुर की बाणी सो दर रह रास है। बाणी दे जाप सरवण कीते अरदास होई। पावन पवित्र हुक्मनामे सरवण करके सतगुरु जी दी बाणी दा लाहा प्राप्त कीता है। सच्चे पातशाह गुरु नानक साहिब जी दी महान पावन पवित्र कथा जो लड़ीवार रूप विच चल रही है हुण उस दा समां होया है। गुरु प्यारी साध संगत जीओ। आप जी ने पिछले दीवाना विच सरवण कीता सी कि गुरु नानक साहिब जी इवें 5 साल दी उम्र दे थोड़े जे उपर होए हैं। बच्चों नाल खेलते है। तो जेड़े गुरु महाराज
ਆ ਦੋਸ਼ਾਂ ਤੋਂ ਰਹਿਤ, ਜਿਨ੍ਹਾਂ ਦੇ ਸਰੀਰ ਉੱਪਰ ਆ ਗਹਿਣੇ ਬੜੇ ਸੱਜ ਰਹੇ ਹਨ। ਤੇ ਸਤਿਗੁਰੂ ਨਾਨਕ ਸਾਹਿਬ ਜੀ ਜਦੋਂ ਬੱਚਿਆਂ ਵਿੱਚ ਬੈਠ ਕੇ ਕਥਾ ਕਰਦੇ ਹੈ, ਆਲੇ ਦੁਆਲੇ ਸਾਰੇ ਬੱਚਿਆਂ ਨੇ ਘੇਰਾ ਘੱਤਿਆ ਹੁੰਦਾ। ਇਵੇਂ ਲੱਗਦਾ ਜਿਵੇਂ ਪੰਡਤਾਂ ਵਿੱਚੋਂ ਕੋਈ ਭਾਰੀ ਪੰਡਿਤ ਵਿਦਵਾਨ ਕਥਾ ਕਰ ਰਿਹਾ ਹੋਵੇ। ਸੁਣਨ ਵਾਲੇ ਮਾਈਆਂ, ਨਰ ਪੁਰਸ਼ ਜਿਨ੍ਹਾਂ ਦੇ ਕੰਨੀ ਗੁਰੂ ਨਾਨਕ ਸਾਹਿਬ ਜੀ ਦੀ ਆਵਾਜ਼ ਪੈ ਜਾਂਦੀ ਹੈ, ਉਹ ਉੱਥੇ ਖੜ ਕੇ ਸੁਣਨ ਲੱਗ ਜਾਂਦੇ, ਮਗਨ ਹੋ ਜਾਂਦੇ ਹੈ। ਜਿਹੜੀ ਵੀ ਕੋਈ ਗੱਲ ਪੁੱਛਦੇ ਆ, ਗੁਰੂ ਜੀ ਬੜੀ ਜਲਦੀ ਉੱਤਰ ਦੇ ਕੇ ਉਸ ਨੂੰ ਨਿਹਾਲ ਕਰ ਦਿੰਦੇ ਹੈ। ਇਵੇਂ ਸਤਿਗੁਰੂ ਜੀ ਨੂੰ ਵੱਡਿਆਂ ਹੁੰਦਾ ਵੇਖ ਕੇ ਬਾਬਾ ਕਲਿਆਣ ਚੰਦ ਜੀ ਖੁਸ਼ ਹੁੰਦੇ ਹੈ ਕਿ ਗੁਰੂ ਨਾਨਕ ਸਾਹਿਬ ਵੱਡੇ ਹੋ ਰਹੇ ਹੈ। ਸਾਡਾ ਜਿਹੜਾ ਵੈਸੇ ਵੀ ਕੰਮ ਕਾਜ ਹੈ ਉਹ ਲੇਖੇ ਜੋਖੇ ਦਾ ਹੈ, ਹਿਸਾਬ ਕਿਤਾਬ ਦਾ। ਇਹਨਾਂ ਨੂੰ ਹੁਣ ਪੜ੍ਹਨੇ ਜਿਹੜਾ ਪਾਉਣਾ ਚਾਹੀਦਾ ਹੈ, ਤਾਂ ਜੋ ਇਹ ਲੇਖਾ ਜੋਖਾ ਹਿਸਾਬ ਕਿਤਾਬ ਸਿੱਖ ਜਾਣਗੇ। ਅਤੇ ਜਿਵੇਂ ਅਸੀਂ ਪਟਵਾਰੀ ਲੱਗੇ ਹੋਏ ਹਾਂ, ਤਿਵੇਂ ਇਹ ਵੀ ਪਟਵਾਰੀ ਲੱਗ ਜਾਣਗੇ, ਚੰਗੀ ਜਿਹੜੀ ਕਮਾਈ ਕਰਨਗੇ। ਵੈਸੇ ਵੀ ਗੁਣੀ ਪੁਰਸ਼ ਕਹਿੰਦੇ ਹੈ ਕਿ ਜਿਹੜਾ ਪਿਓ ਆਪਣੇ ਬੱਚੇ ਨੂੰ ਨਹੀਂ ਪੜ੍ਹਾਉਂਦਾ, ਉਹ ਪਿਓ ਨਹੀਂ ਹੁੰਦਾ, ਉਹ ਤਾਂ ਸ਼ਤਰੂ ਵੈਰੀ ਸਮਾਨ ਹੈ। ਇਵੇਂ ਪੜ੍ਹਨ ਯੋਗ ਹੋਏ ਹੈ, ਹਿਸਾਬ ਕਿਤਾਬ ਸਿੱਖ ਲੈਣਗੇ ਅਤੇ ਚਲੋ ਸਿਆਣੇ ਹੋ ਜਾਣਗੇ। ਫਿਰ ਉਹ ਸਾਰੀ ਵਿਚਾਰ ਕਰਕੇ ਅਗਲੀ ਸਵੇਰ ਜਦੋਂ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਲੈ ਕੇ ਬਾਬਾ ਕਲਿਆਣ ਚੰਦ ਜੀ ਚੱਲਣ ਲਈ ਤਿਆਰ ਹੋਏ। ਮਾਤਾ ਜੀ ਨੇ ਸੁੰਦਰ ਕੱਪੜੇ ਪਹਿਨਾਏ ਹੈ ਕਿ ਗੁਰੂ ਨਾਨਕ ਸਾਹਿਬ ਪੁੱਤਰ ਸਾਡੇ ਅੱਜ ਪੜ੍ਹਨ ਚੱਲੇ। ਪਹਿਲੇ ਦਿਨ ਵੇਖ ਕੇ ਬੜੇ ਖੁਸ਼ ਹੁੰਦੇ ਹੈ, ਬੜੇ ਸੁੰਦਰ ਵਸਤਰ ਪਹਿਨਾਏ ਚੱਲ ਪਏ ਹੈ। ਬਾਬਾ ਕਲਿਆਣ ਚੰਦ ਜੀ ਨੇ ਇੱਕ ਥਾਲੀ ਲਈ, ਜਿਹਦੇ ਵਿੱਚ ਕੇਸਰ, ਚੌਲ, ਮਠਿਆਈ ਆਦਿਕ ਜੋ ਉਸ ਵੇਲੇ ਗੁਰੂ ਦਕਸ਼ਣਾ ਸੀ, ਲੈ ਕੇ ਚੱਲ ਪਏ ਹੈ। ਗੋਪਾਲ ਪਾਂਧੇ ਪਾਸ ਜਾ ਕੇ ਕਿਹਾ ਕਿ ਗੋਪਾਲ ਪਾਂਧੇ, ਇਹ ਸਾਡਾ ਨਾਨਕ ਪੁੱਤਰ ਹੈ, ਇਹਨੂੰ ਤੂੰ ਚੰਗੀ ਤਰ੍ਹਾਂ ਪੜ੍ਹਾ ਲਿਖਾ ਦੇ, ਆਪਣਾ ਗੁਣ ਦੇ ਦੇ, ਮੈਂ ਤੈਨੂੰ ਚੰਗੀ ਜਿਹੜੀ ਹੈ ਖੁਸ਼ ਹੋ ਕੇ ਬਾਅਦ ਵਿੱਚ ਮਾਇਆ ਦਿਆਂਗਾ। ਗੋਪਾਲ ਪਾਂਧੇ ਨੇ ਉਹ ਸੁਣ ਕੇ ਚੰਗਾ ਜਿਹੜਾ ਸਮਾਂ ਸੋਧ ਵਿਚਾਰ ਕੇ, ਜਿਵੇਂ ਬ੍ਰਾਹਮਣ ਲੋਕ ਵਿਦਿਆ ਦੀ ਦਾਤੀ ਨੂੰ ਆਰਾਧਦੇ ਹੈ, ਇਵੇਂ ਆਰਾਧਨਾ ਕੀਤਾ ਹੈ। ਜੋ ਗੁਰੂ ਨਾਨਕ ਸਾਹਿਬ ਸਾਰੀ ਗਿਣਤੀਆਂ ਦੇ ਮਾਲਕ ਹੈ, ਜੋ ਅਸੰਖ ਪਰਮੇਸ਼ਰ ਉਸ ਦਾ ਸਰੂਪ ਹੈ, ਅੱਜ ਗੋਪਾਲ ਪਾਂਧਾ ਤਿਆਰ ਹੋਇਆ ਹੈ ਉਹਨਾਂ ਨੂੰ ਪੜ੍ਹਾਉਣ ਵਾਸਤੇ। ਗੁਰੂ ਨਾਨਕ ਸਾਹਿਬ ਜੀ ਨੂੰ ਜਿਵੇਂ ਪਿਤਾ ਜੀ ਨੇ ਕਿਹਾ ਸੀ ਕਿ ਪਿੱਛੇ ਪਿੱਛੇ ਪੜ੍ਹਦੇ ਜਾਣਾ, ਉਹ ਬਚਨ ਮੰਨ ਕੇ ਉਸੇ ਤਰ੍ਹਾਂ ਜਿਵੇਂ ਗੋਪਾਲ ਪਾਂਧੇ ਨੇ ਪੜ੍ਹਾਇਆ ਇੱਕ ਦਿਨ ਸਾਰਾ, ਗੁਰੂ ਸਾਹਿਬ ਜੀ ਨੇ ਇੱਕ ਦਿਨ 'ਚ ਹੀ ਸਾਰਾ ਪੜ੍ਹ ਲਿਆ ਹੈ। ਸ਼ਾਮ ਹੋਈ, ਗਏ ਘਰ। ਮਾਤਾ ਜੀ ਵੇਖ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਸਾਹਿਬਜ਼ਾਦਿਓ ਪੜ੍ਹ ਕੇ ਆ ਗਏ ਹੋ, ਕੀ ਪੜ੍ਹਿਆ ਪੁੱਤਰ ਸੁਣਾਓ। ਗੁਰੂ ਸਾਹਿਬ ਜੀ ਨੇ ਬੜੀ ਛੇਤੀ ਉਹ ਪਹਾੜਾ ਸੁਣਾ ਦਿੱਤਾ ਹੈ। ਦੂਸਰੇ ਦਿਨ ਬਾਬਾ ਕਲਿਆਣ ਚੰਦ ਜੀ ਨੇ ਖੜਿਆ ਹੈ ਗੁਰੂ ਜੀ ਨੂੰ, ਫਿਰ ਗੋਪਾਲ ਪਾਂਧੇ ਪਾਸ ਕੋਲ। ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਅੱਜ ਪਾਂਧਾ ਬੋਲਦਾ ਹੈ, ਗੁਰੂ ਸਾਹਿਬ ਜੀ ਚੁੱਪ ਕਰ ਗਏ ਹੈ। ਗੁਰੂ ਸਾਹਿਬ ਜੀ ਕੋਈ ਉੱਤਰ ਨਹੀਂ ਦਿੰਦੇ। ਗੋਪਾਲ ਪਾਂਧਾ ਕਹਿਣ ਲੱਗਾ ਕਿ ਉਹ ਬਾਲਕ ਵਿਦਿਆਰਥੀ ਨਾਨਕ, ਕੱਲ੍ਹ ਤੇ ਤੂੰ ਬੜੀ ਛੇਤੀ ਸਾਰਾ ਕੁਝ ਪੜ੍ਹੀ ਜਾਂਦਾ ਸੀ, ਅੱਜ ਕੀ ਹੋ ਗਿਆ ਹੈ? ਕਿਉਂ ਨਹੀਂ ਤੂੰ ਕੰਨ ਦੇ ਕੇ ਤੇ ਸਾਡਾ ਬਚਨ ਸੁਣਦਾ, ਕਿਉਂ ਨਹੀਂ ਤੂੰ ਪ੍ਰੇਮ ਕਰਕੇ ਪੜ੍ਹਦਾ ਹੈ? ਤੇਰਾ ਜੀ ਕਰਦਾ ਹੋਊਗਾ ਵੀ ਮੈਂ ਖੇਡਾਂ, ਤੇਰੇ ਮੈਂ ਸੋਟੀਆਂ ਮਾਰਾਂਗਾ ਜੇ ਤੂੰ ਇਵੇਂ ਸੋਚਿਆ ਹੈ ਖੇਡਣ ਬਾਰੇ। ਤੇ ਉਹ ਗੁੱਸੇ ਜਿਹੇ ਨਾਲ ਇਵੇਂ ਕਿਹਾ ਹੈ। ਗੁਰੂ ਨਾਨਕ ਸਾਹਿਬ ਜੀ ਅਖੀਰੀ ਬੋਲੇ ਹੈ ਕਿ ਗੋਪਾਲ ਪਾਂਧਾ ਜੀ, ਇਹ ਜਿਹੜੀ ਪੜ੍ਹਾਈ ਹੈ, ਇਹ ਪੜ੍ਹਾਈ ਕੀਤਿਆਂ ਕੀ ਹੋਊਗਾ?
ਜਿਹੜੇ ਕੋਈ ਬੁੱਧੀਵਾਨ ਪੁਰਸ਼ ਹੈ ਉਹ ਕਿਹੜਾ ਚੰਗਾ ਲੇਖਾ ਪੜ੍ਹਦੇ ਤੁਹਾਨੂੰ ਪਤਾ ਹੈ? ਜੇ ਉਹ ਪਤਾ ਹੈ ਤਾਂ ਉਹ ਸਾਨੂੰ ਲੇਖਾ ਪੜ੍ਹਾਓ, ਜਿਹੜਾ ਚੰਗਾ ਲੇਖਾ ਬੁੱਧੀਵਾਨ ਪੁਰਸ਼ ਪੜ੍ਹਦੇ ਹੈ। ਗੋਪਾਲ ਪਾਂਧਾ ਕਹਿਣ ਲੱਗਾ ਵੀ ਸੁਣ ਕੇ ਹੈਰਾਨ ਹੋ ਗਿਆ, ਆਸ਼ਚਰਜ ਹੋ ਗਿਆ ਵੀ ਆਹ ਕੀ ਗੱਲ ਕਹਿ ਦਿੱਤੀ ਇਸ ਬੱਚੇ ਨੇ ਮੈਨੂੰ। ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਤੂੰ ਕਹਿਣਾ ਇਹ ਪੜ੍ਹਾਈ ਪੜ੍ਹੋ, ਇਹ ਪੜ੍ਹਾਈ ਪੜ੍ਹਿਆ ਕੀ ਹੋ ਜਾਊਗਾ? ਗੋਪਾਲ ਪਾਂਧਾ ਕਹਿੰਦਾ ਵੇਖ ਬਾਲਕ, ਤੂੰ ਪੜ੍ਹ ਜਾਏਗਾ, ਤੇਰੇ ਕੰਮ ਆਊਗਾ, ਪਟਵਾਰ ਪਾਉਣਾ ਸਿੱਖ ਜਾਏਗਾ, ਆ ਗਿਣਤੀ ਮੈਨੂੰ ਪੜ੍ਹਨੀ ਆਉਂਦੀ ਹੈ ਤੂੰ ਵੀ ਸਿੱਖ ਜਾਏਗਾ, ਡੂੜ ਦਾ ਪਹਾੜਾ, ਸਵਾਏ ਦਾ ਪਹਾੜਾ, 3.5 ਦਾ, 4.5 ਦਾ, ਇਮਾਰਤੀ ਕੰਮ, ਫਿਰ ਪਟਵਾਰ ਪਾਉਣੇ ਦਾ ਕੰਮ ਮੈਂ ਜਾਣਦਾ, ਤੁਹਾਨੂੰ ਵੀ ਸਿਖਾ ਦਿਆਂਗਾ। ਗੁਰੂ ਨਾਨਕ ਸਾਹਿਬ ਜੀ ਸੁਣ ਕੇ ਕਹਿਣ ਲੱਗੇ ਕਿ ਗੋਪਾਲ ਪਾਂਧਾ ਜੀ, ਇਹ ਜਿਹੜੀਆਂ ਪੜ੍ਹਾਈਆਂ ਤੁਸੀਂ ਕਹਿੰਦੇ ਹੋ ਇਹਦੇ ਨਾਲ ਜੀ ਵੱਧ ਜਾਂਦਾ ਹੈ। ਜਦੋਂ ਉੱਥੇ ਲੇਖਾ ਜੋਖਾ ਹੁੰਦਾ ਨਾ, ਹਿਸਾਬ ਕਿਤਾਬ ਅਗਲੀ ਦਰਗਾਹ ਵਿੱਚ, ਉੱਥੇ ਲੇਖੇ ਜੋਖੇ ਕਿਸੇ ਕੰਮ ਨਹੀਂ ਆਉਂਦੇ ਪੜ੍ਹਾਈਆਂ, ਨਾ ਜੀਵ ਦਾ ਛੁਟਕਾਰਾ ਹੁੰਦਾ ਉੱਥੇ ਫਿਰ ਜਦੋਂ ਮਾਰ ਪੈਂਦੀ ਹੈ। ਇਸ ਕਰਕੇ ਅਸੀਂ ਇਹ ਲੇਖਾ ਜਿਹੜਾ ਹੈ ਇਹ ਅਸੀਂ ਕੀ ਪੜ੍ਹੀਏ, ਜਿਹੜਾ ਇਹ ਲੇਖਾ ਕਹਿੰਦੇ ਉਹ ਤੂੰ ਪੜ੍ਹ। ਗੋਪਾਲ ਪਾਂਧਾ ਕਹਿੰਦਾ ਵੀ ਉਹ ਕਿਹੜਾ ਲੇਖਾ ਹੈ, ਜੇ ਤੁਹਾਨੂੰ ਪਤਾ ਤਾਂ ਤੁਸੀਂ ਦੱਸੋ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ, ਸ੍ਰੀ ਰਾਗ ਮਹੱਲਾ ਪਹਿਲਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਇਹ ਲੇਖਾ ਲੇਖ ਉਹ ਜਿਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਉਹ ਸ਼ਾਹੀ ਤਿਆਰ ਕੀਤੀ ਜਾਂਦੀ ਸੀ ਕਿ ਦੀਵੇ ਵਿੱਚ ਸਰੋਂ ਦਾ ਤੇਲ ਬਾਲ ਕੇ ਉਹਦੀ ਲਾਟ ਜਿਹੜੀ ਹੈ ਉਹ ਲਾਟ ਦੇ ਉੱਪਰ ਇੱਕ ਠੂਠੀ ਜਾਂ ਕਾਂਸੀ ਦਾ ਬਰਤਨ, ਮਿੱਟੀ ਆਦਿਕ ਦਾ ਲਟਕਾਇਆ ਜਾਂਦਾ ਸੀ। ਉਹਦੇ ਉੱਪਰ ਲਾਟ ਦੇ ਉਹ ਜਿਹੜੀ ਕਾਲਖ, ਕਾਲੀ ਕਾਲਖ ਨਾਲ ਉਹ ਇਕੱਠੀ ਹੁੰਦੀ ਜਾਣੀ, ਫਿਰ ਉਹਨੂੰ ਕਿਸੇ ਚੀਜ਼ ਨਾਲ ਰਗੜ ਕੇ ਅਤੇ ਗੂੰਦ ਵਿੱਚ ਮਿਲਾ ਕੇ ਅਤੇ ਉਹ ਸ਼ਾਹੀ ਜਿਹੜੀ ਤਿਆਰ ਕੀਤੀ ਜਾਂਦੀ ਸੀ। ਉਸ ਹਿਸਾਬ ਦੇ ਨਾਲ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਕਿ ਜਾਲ ਮੋਹ ਹੈ ਗੋਪਾਲ ਪਾਂਧੇ, ਜਿਹੜਾ ਮੋਹ ਹੈ ਨਾ ਜਨਮ ਮਰਨ ਦਾ ਕਾਰਨ, ਇਹਨੂੰ ਤੂੰ ਗਿਆਨ ਦੀ ਅਗੜੀ ਨਾਲ ਸਾੜ। ਅਤੇ ਜਿਹੜਾ ਗੁਰੂ ਦੇ ਬਚਨਾਂ ਦਾ ਅਭਿਆਸ ਕਰਨਾ, ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਨਾ, ਇੱਕ ਸੌਣਾ ਕਰ, ਇੱਕ ਘਸਾ ਕੇ ਮਸ ਉਪਦੇਸ਼ ਰੂਪੀ ਡੰਡੇ ਨਾਲ ਸ਼ਾਹੀ ਕਰ, ਸ੍ਰੇਸ਼ਟ ਮਤ ਨੂੰ ਕਾਗਦ ਕਰ, ਪ੍ਰੇਮ ਦੀ ਜਿਹੜੀ ਹੈ ਕਲਮ ਕਰ, ਚਿੱਤ ਨੂੰ ਲਿਖਾਰੀ ਕਰ, ਗੁਰੂ ਨੂੰ ਪੁੱਛ ਕੇ ਸਤ ਅਸਤ ਦੀ ਵਿਚਾਰ ਲਿਖ। ਇਹ ਲੇਖਾ ਲਿਖ ਜਾਣ। ਜੇ ਤੂੰ ਇਹ ਲੇਖਾ ਲਿਖ ਜਾਣ ਲਵੇਂਗਾ ਤੇ ਜਿੱਥੇ ਲੇਖਾ ਦਰਗਾਹ 'ਚ ਮੰਗਿਆ ਜਾਵੇਗਾ ਹਿਸਾਬ ਕਿਤਾਬ, ਉੱਥੇ ਜਿਹੜਾ ਪਰਮੇਸ਼ਰ ਦੇ ਨਾਮ ਸੰਬੰਧੀ, ਉਹਦੀ ਸਿਫਤ ਸੰਬੰਧੀ ਲਿਖਿਆ ਹੋਊਗਾ, ਸੱਚਾ ਨਿਸ਼ਾਨ ਹੋਊਗਾ, ਕੋਈ ਪੁੱਛ ਗਿੱਛ ਨਹੀਂ ਕਰੇਗਾ। ਜਿਵੇਂ ਕੋਈ ਸ਼ਾਹ ਪਾਤਸ਼ਾਹ ਦਾ ਖਜ਼ਾਨਚੀ ਹੁੰਦਾ ਅਤੇ ਨੌਕਰ ਚਾਕਰ ਨਹੀਂ ਨਾ ਕੋਈ ਪੁੱਛਦਾ, ਉਹਨੂੰ ਡਰਦਾ, ਸੰਕੋਚ ਕਰਕੇ ਸਗੋਂ ਪਿੱਛੇ ਹੋ ਕੇ ਉਹ ਚੱਲਦਾ ਹੈ ਕਿ ਕਿਤੇ ਮੈਂ ਪੁੱਛ ਗਿੱਛ ਲਿਆ ਖਜ਼ਾਨਚੀ ਨੂੰ ਅਤੇ ਕਿਤੇ ਮੇਰੀ ਸ਼ਿਕਾਇਤ ਨਾ ਲੱਗ ਜਾਵੇ। ਇਵੇਂ ਉਹ ਜਿਹੜੇ ਜੇ ਗੋਪਾਲ ਪਾਂਧੇ ਇਹੋ ਜਿਹਾ ਲੇਖਾ ਤੋਂ ਹਿਰਦੇ ਵਿੱਚ ਲਿਖਿਆ ਹੈ ਜਾਂ ਲਿਖ ਲਏਗਾ, ਵਿਚਾਰ ਲਏਗਾ, ਪੜ੍ਹ ਲਏਗਾ, ਇਹ ਸੰਸਾਰ ਸਮੁੰਦਰ ਜੋ ਬੜਾ ਡੂੰਘਾ ਹੈ, ਇਹ ਤੋਂ ਬੜਾ ਸੁਖਾਲਾ ਤਰ ਜਾਏਗਾ। ਨਹੀਂ ਤੇ ਇਹ ਜੀਵ ਡੁੱਬਦਾ ਫਿਰਦਾ, ਐਵੇਂ ਡੁੱਬਣਾ ਪੈਣਾ ਹੈ। ਇਹ ਗੁਰੂ ਜੀ ਨੇ ਉਪਦੇਸ਼ ਪਹਿਲੀ ਪੌੜੀ ਵਿੱਚ ਸਰਵਣ ਕਰਾਇਆ ਸੀ, ਪਹਿਲੇ ਪਦ ਵਿੱਚ ਸ੍ਰੀ ਰਾਗ ਦੇ ਵਿੱਚ। ਅੱਗੇ ਗੁਰੂ ਸਾਹਿਬ ਜੀ ਜਿਵੇਂ ਗੋਪਾਲ ਪਾਂਧੇ ਨੂੰ ਹੋਰ ਸਿੱਖਿਆ ਦੇ ਰਹੇ, ਆਪਾਂ ਸਰਵਣ ਕਰੀਏ। ਜੋ ਗੁਰੂ ਸਾਹਿਬ ਜੀ ਨੇ ਮਹਾਨ ਪਾਵਨ ਪਵਿੱਤਰ ਉਪਦੇਸ਼ ਸਭ ਤੋਂ ਪਹਿਲਾਂ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਸੀ, ਜਦੋਂ ਕਿ ਗੁਰੂ ਸਾਹਿਬ ਜੀ ਦੀ ਹਜੇ ਅਨ ਅਵਸਥਾ ਉਮਰ ਨਹੀਂ ਸੀ ਇਹ ਉਪਦੇਸ਼ ਕਰਨ ਦੀ, ਪਰ ਜਿਸ ਕਾਰਨ ਵਾਸਤੇ ਆਏ ਉਸ ਕਾਰਨ ਨੂੰ ਗੁਰੂ ਜੀ ਪੂਰਾ ਕਰਨ ਲੱਗੇ ਹੈ। ਅੱਗੇ ਜਿਵੇਂ ਕਥਾ ਆ ਰਹੀ ਆਪਾਂ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੀਵ ਅਨੋਜ ਜਾਏ ਜਿਹ ਜਾਈ। ਜਦੋਂ ਮਹਾਰਾਜ ਜੀ ਨੇ ਕਿਹਾ ਕਿ ਗੋਪਾਲ ਪਾਂਧਾ ਜੀ, ਤੁਹਾਨੂੰ ਪਤਾ ਜਿਹੜੇ ਬੁੱਧੀਵਾਨ ਪੁਰਸ਼ ਹੈ ਵੀ ਉਹਨਾਂ ਨੂੰ ਕਿਹੜਾ ਚੰਗਾ ਲੇਖਾ ਹੈ ਜਿਹੜਾ ਹਿਸਾਬ ਕਿਤਾਬ ਕਰਨਾ ਪੜ੍ਹਾਇਆ ਜਾਂਦਾ ਹੈ। ਜੇ ਤੁਸੀਂ ਜਾਣਦੇ ਤਾਂ ਪੜ੍ਹਾਓ। ਜਿਹੜੇ ਇਹ ਲੇਖੇ ਜੋਖੇ ਤੁਸੀਂ ਕਹਿੰਦੇ ਹੋ, ਇਹਦੇ ਨਾਲ ਤੇ ਜੀਵ ਵੱਜ ਜਾਂਦਾ ਹੈ। ਤੇ ਜਦੋਂ ਵੱਧ ਘੱਟ ਇਹੋ ਜਿਹੀਆਂ ਪੜ੍ਹਾਈਆਂ ਕਰਕੇ ਗਿਣਤੀਆਂ ਮਿਹਨਤੀਆਂ ਕਰਦਾ ਤੇ ਅਗਲੇ ਬੰਨੇ ਛੁਟਕਾਰਾ ਨਹੀਂ ਹੁੰਦਾ ਹੈ। ਜਿਵੇਂ ਭਗਤ ਕਬੀਰ ਜੀ ਉਹ ਬਚਨ ਕਰਦੇ ਹੈ, ਮਨ ਸਮਝਾਵਣ ਕਾਰਣੈ ਕਛੂਕ ਪੜ੍ਹੀਏ ਗਿਆਨ। ਕਿ ਮਨ ਨੂੰ ਸਮਝਾਉਣ ਵਾਸਤੇ ਕੁਝ ਧਰਮ ਗ੍ਰੰਥ ਇਹ ਪੜ੍ਹਾਈ ਜਿਹੜੀ ਪੜ੍ਹ ਲੈਣੀ ਚਾਹੀਦੀ ਹੈ, ਪਰ ਕਿਸ ਵਾਸਤੇ? ਮਨ ਨੂੰ ਸਮਝਾਉਣ ਵਾਸਤੇ। ਤੇ ਜੇ ਆ ਪੜ੍ਹ ਲਿਖ ਲਿਆ ਬਹੁਤਾ ਤੇ ਕਿਸੇ ਨੂੰ ਨਿਗਾਹ ਹੇਠ ਹੀ ਨਾ ਲਿਆਂਦਾ ਵੀ ਮੇਰੇ ਵਰਗਾ ਕੌਣ ਹੈ, ਤੇ ਉਹ ਫਿਰ ਕਿਸ ਕੰਮ ਪੜ੍ਹਾਈ? ਉਹ ਤੇ ਸਗੋਂ ਦੂਣੀ ਹੰਗਤਾ ਪੈਦਾ ਹੋ ਗਈ। ਜੇ ਪੜ੍ਹ ਲਿਖ ਕੇ ਆ ਠੱਗੀਆਂ ਠੋਰੀਆਂ ਬੇਈਮਾਨੀਆਂ ਤੇ ਆਪਣੀ ਹਿਕਮਤ ਹੁਜਤ ਕਰਨੀ ਹੈ ਤਾਂ ਉਹ ਬਹੁਤੀ ਪੜ੍ਹਾਈ ਕਿਸੇ ਕੰਮ ਨਹੀਂ ਹੈ। ਆ ਸਕੂਲਾਂ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਪੜ੍ਹੇ ਜਾਂਦੇ ਹੈ ਨਾ, ਤੇ ਅਖਬਾਰਾਂ ਵੇਖ ਲਓ ਉਹਨਾਂ ਦੀਆਂ ਭਰੀਆਂ ਹੁੰਦੀਆਂ, ਕਦੀ ਕੁਝ ਕਦੀ ਕੁਝ। ਅਨਪੜ੍ਹ ਦਾ ਤਾਂ ਨਹੀਂ ਕੋਈ ਬਹੁਤਾ ਵਿੱਚ ਅਖਬਾਰ 'ਚ ਆਉਂਦਾ, ਕਿਤੇ 100 'ਚ 1 ਆ ਜਾਊਗਾ। ਬਹੁਤੀਆਂ ਬੇਈਮਾਨੀਆਂ ਉਹ ਪੜ੍ਹੇ ਲਿਖਿਆਂ ਦੀਆਂ ਹੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਜੇ ਇਹੋ ਜਿਹੀ ਪੜ੍ਹਾਈ ਪੜ੍ਹ ਕੇ ਆ ਬੇਈਮਾਨ ਹੋ ਜਾਣਾ ਹੈ, ਠੱਗੀਆਂ ਠੋਰੀਆਂ ਹਿਸਾਬ ਕਿਤਾਬ ਗਲਤੀਆਂ ਕਰਨੀਆਂ ਹੈ, ਆ ਹੈਂਕੜਬਾਜ਼ੀ ਰੱਖਣੀ ਹੈ ਆਪਣੇ ਪੜ੍ਹੇ ਲਿਖੇ ਦੀ, ਤੇ ਉਹ ਕੀ ਫਾਇਦਾ ਬਹੁਤਾ ਪੜ੍ਹਨ ਦਾ? ਉਹ ਲੇਖੇ ਜੋਖੇ ਕਿਸੇ ਕੰਮ ਨਹੀਂ ਹੈ। ਜਦੋਂ ਬੰਦਾ ਬਹੁਤਾ ਪੜ੍ਹ ਲਿਖ ਜਾਂਦਾ ਹੈ, ਆਪਣੇ ਆਪ ਨੂੰ ਸਿਆਣਾ ਮੰਨਦਾ ਹੈ, ਉਹਨੂੰ ਫਿਰ ਇੱਥੇ ਗੁਰੂ ਘਰ ਵਿੱਚ ਬੈਠ ਕੇ ਆ ਕਿੰਨੇ ਪ੍ਰਮਾਣ ਗੁਰਬਾਣੀ ਦੇ ਦਿਓ, ਉਹ ਮੰਨੇਗਾ ਨਹੀਂ। ਕਈ ਪ੍ਰਚਾਰਕ ਵੀ ਪ੍ਰਚਾਰ ਕਰਦੇ ਨਾ ਕੂੜਾ, ਉਹ ਗੁਰੂ ਦੀ ਹਜ਼ੂਰੀ ਵਿੱਚ ਐਵੇਂ ਬਕੜਵਾਦ ਜਿਹੜੀ ਨਹੀਂ ਕਰਨ ਵਾਲੀ ਗੱਲ ਉਹ ਵੀ ਕਰੀ ਜਾਂਦੇ ਹੈ। ਤੇ ਜੇ ਉਹਨਾਂ ਨੂੰ ਇੱਥੇ ਸਮਝਾ ਦਿਓ ਭਾਵੇਂ ਗੁਰਬਾਣੀ ਦਾ ਪ੍ਰਮਾਣ ਦੇ ਕੇ, ਤੇ ਜੇ ਉਹ ਮੰਨ ਜਾਣਗੇ ਤੇ ਆ ਕੇ ਫੜ ਲਿਓ। ਉਹ ਨਹੀਂ ਮੰਨਦੇ, ਕਹਿੰਦੇ ਮੈਂ ਪੜ੍ਹਿਆ ਲਿਖਿਆ ਤੇ ਇਹ ਮੈਨੂੰ ਕੀ ਸਮਝਾ ਸਕਦਾ ਹੈ। ਇਸ ਕਰਕੇ ਬਹੁਤੀ ਜਿਹੜੀ ਪੜ੍ਹਾਈ ਹੈ ਬੰਦੇ ਨੂੰ ਮਾਰ ਦਿੰਦੀ ਹੈ। ਉਹ ਕੋਈ ਹੈ ਭਾਗਾਂ ਵਾਲਾ ਜਿਹੜਾ ਪੜ੍ਹਾਈ ਬਹੁਤੀ ਕਰਕੇ ਤੇ ਅਮਲ ਕਰੇ, ਉੱਤੇ ਅਮਲ ਕਰੇ ਤੇ ਆਪ ਨਿਮਾਣਾ ਰਹੇ, ਬਹੁਤ ਘੱਟ ਵਿਰਲੇ ਹੈ। ਇਸੇ ਤਰ੍ਹਾਂ ਜਿਹੜੀ ਗੁਰੂ ਦੀ ਵਿੱਦਿਆ ਹੈ, ਬ੍ਰਹਮ ਵਿੱਦਿਆ, ਇਹਨੂੰ ਪੜ੍ਹ ਕੇ ਬਹੁਤ ਘੱਟ ਗਿਆਨੀ ਹੈ ਜਿਹੜੇ ਉਹ ਸੱਚ ਦੇ ਮਾਰਗ ਦੇ ਚੱਲ ਕੇ ਤੇ ਆਪਣੇ ਆਪ ਨੂੰ ਨਿਮਾਣਾ ਰੱਖਦੇ ਹੈ। ਬਹੁਤ ਨਹੀਂ ਤੇ ਸਿੱਖਿਆ ਦੂਜਿਆਂ ਨੂੰ ਦਿੰਦੇ ਹੈ, ਆਪ ਨਹੀਂ ਉਹ ਹਾਰਦੇ, ਆਪ ਨਹੀਂ ਉਹ ਮੰਨਦੇ। ਗੁਰੂ ਨਾਨਕ ਸਾਹਿਬ ਜੀ ਨੇ ਗੋਪਾਲ ਪਾਂਧੇ ਨੂੰ ਇਹ ਉਪਦੇਸ਼ ਕੀਤਾ, ਭਾਵੇਂ ਇਹ ਤਾਂ ਸਾਡੇ ਪ੍ਰਤੀ ਵੀ ਹੈ। ਗੁਰੂ ਸਾਹਿਬ ਜੀ ਨੇ ਜਦੋਂ ਕਿਹਾ ਕਿ ਗੋਪਾਲ ਪਾਂਧੇ, ਜੇ ਤੂੰ ਇਹੋ ਜਿਹਾ ਲੇਖਾ ਹਿਰਦੇ ਵਿੱਚ ਲਿਖ ਲੈਣਾ, ਹਿਸਾਬ ਕਿਤਾਬ ਲਿਖ ਲਿਆ ਹੈ, ਜੇ ਲਿਖੇਗਾ ਇਸ ਸ੍ਰੇਸ਼ਟ ਮੱਤ ਦੇ ਕਾਗਜ਼ 'ਤੇ, ਸੰਸਾਰ ਸਮੁੰਦਰ ਤੋਂ ਬੜਾ ਸੌਖਾ ਤਰ ਜਾਏਗਾ। ਇਹ ਜਿਹੜਾ ਕਿਉਂਕਿ ਜਿਹੜਾ ਇਹ ਜੀਵ ਹੈ, ਜਦੋਂ ਇਹ ਆਏ ਨਿਮਾਣਾ ਆ ਨਿਤਾਣਾ ਗਰੀਬੜਾ ਜਿਹਾ ਹੋ ਕੇ ਜਾਂਦਾ ਹੈ ਨਾ, ਉਹ ਅਗਲੇ ਪਾਸੇ ਪਰਮ ਮੀਤ ਜਿਉ ਤਹਾਂ ਸਹਾਈ। ਉੱਥੇ ਜਿਹੜਾ ਪਰਮੇਸ਼ਰ ਦੇ ਨਾਮ ਦੇ ਸੰਬੰਧ ਵਿੱਚ ਸਿਫਤ ਵਿੱਚ ਜਿਹੜਾ ਲਿਖਿਆ ਹੁੰਦਾ ਲੇਖਾ, ਇਹ ਜਿਹੜਾ ਲੇਖਾ ਲਿਖਿਆ ਪਰਮ ਮੀਤ, ਜਿਵੇਂ ਪਰਮ ਮਿੱਤਰ ਹੁੰਦਾ ਹੈ, ਮਹਾਨ ਮਿੱਤਰ ਸਾਥ ਦੇਣ ਵਾਲਾ, ਉਵੇਂ ਸਹਾਈ ਹੁੰਦਾ ਹੈ ਪਰਮੇਸ਼ਰ ਦਾ ਨਾਮ। ਇਹ ਲੇਖਾ ਹਰ ਕਾ ਨਾਮ ਊਹਾ ਸੰਗਤੋਸਾ, ਉੱਥੇ
ਕੰਮ ਆਉਂਦਾ ਹੈ। ਸਰਬ ਭੂਮ ਸ਼ਰਨ ਜਿਹੇ ਪਰਨਾ, ਪਰਮ ਮਿੱਤਰ ਦੀ ਤਰ੍ਹਾਂ ਉਹ ਸੱਚੀ ਦਰਗਾਹ ਵਿੱਚ ਸਹਾਈ ਹੁੰਦਾ ਹੈ। ਇਹ ਗੋਪਾਲ ਪਾਂਦੇ ਜਿਹੜਾ ਆ ਸਾਰੀ ਧਰਤੀ ਦਾ ਮਾਲਕ ਚੱਕਰਵਰਤੀ ਪਾਤਸ਼ਾਹ ਹੈ, ਉਹਦੀ ਸ਼ਰਨ ਦਾ ਜਿਸ ਆਦਮੀ ਨੂੰ ਆਸਰਾ ਹੈ, ਤਿਨ ਨਰ ਉਰ ਡਰ ਕਿਉਂ ਫਿਰ ਕਰਨਾ, ਉਸ ਨਰ ਨੂੰ ਹਿਰਦੇ ਵਿੱਚ ਡਰ ਫਿਰ ਕਿਸ ਦਾ ਕਰਨਾ ਹੈ, ਉਹ ਕਿਉਂ ਡਰੇ ਕਿਸੇ ਤੋਂ। ਦੋਹਰਾ ਸੁਨ ਸ਼ਰੋਨਨ ਮਨ ਗੁਣ ਹੈ, ਗੋਪਾਲ ਪਾਂਦਾ ਗੁਰੂ ਨਾਨਕ ਸਾਹਿਬ ਜੀ ਦੇ ਐਸੇ ਬਚਨ ਸੁਣ ਕੇ ਤੇ ਆ ਵਿਚਾਰ ਕਰਦਾ ਹੈ। ਪੁਨ ਪਾਂਦੇ ਅਚਰਜ ਚੀਨਾ, ਪੰਦ ਗੋਪਾਲ ਪਾਂਦੇ ਨੇ ਆਪਣੇ ਹਿਰਦੇ ਵਿੱਚ ਆਸ਼ਚਰਜ ਹੀ ਜਾਣਿਆ ਹੈ। ਦੁਤੀ ਇੰਦਰਾ ਕਿੰਦ ਜਿਉ, ਕਹਿਣ ਲੱਗਾ ਹੈ, ਵਿਚਾਰਦਾ ਹੈ ਕਿ ਜਿਵੇਂ ਦੂਜ ਦਾ ਚੰਦਰਮਾ ਹੁੰਦਾ ਹੈ, ਭਾਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੂਜ ਦੇ ਚੰਦਰਮਾ ਵਾਂਗ ਛੋਟੇ ਜਿਹੇ ਬਾਲਕ ਹੀ ਹੈ, ਪਰ ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਦੀ ਚਾਂਦਨੀ ਹੁੰਦੀ ਹੈ। ਜੋਨ ਬੈਨ ਇਨਕੀਨ, ਭਾਵੇਂ ਕਿ ਇਹ ਗੁਰੂ ਨਾਨਕ ਜੋ ਬਾਲਕ ਹੈ ਦੂਜ ਦੇ ਚੰਦਰਮਾ ਵਾਂਗ ਹੈ ਤੇ ਪੂਰਨਮਾਸ਼ੀ ਦੇ ਚੰਦਰਮਾ ਵਰਗੀ ਜਿਹੜੀ ਚਾਂਦਨੀ ਹੈ ਉਹਨਾਂ ਸਮਾਨ ਇਸ ਦੇ ਬਚਨ ਹੈ। ਚੌਪਈ ਚਿਤ ਚਕੋਰ ਰੁਚ ਚਮਕੀ ਚਾਰੂ, ਗੋਪਾਲ ਪਾਂਦੇ ਦੇ ਜਿਹੜਾ ਚਿੱਤ ਚਕੋਰ ਵਾਂਗੂ ਹੋ ਗਿਆ ਹੈ, ਜਿਹੜੀ ਸੁੰਦਰ ਜਿਹੜੀ ਰੁਚੀ ਹੈ ਅਚਾਨਕ ਉਹ ਚਮਕੀ ਜਾਗੀ ਹੈ। ਬਾਲਨ ਤੁਲ ਨਾ ਬਾਲ ਚਾਰੂ, ਵਿਚਾਰਦਾ ਹੈ ਕਿ ਆ ਪਾਠਸ਼ਾਲਾ ਵਿੱਚ ਕਿੰਨੇ ਬੱਚੇ ਬੈਠੇ ਹੈ, ਪਰ ਇਹ ਜਿਹੜਾ ਨਾਨਕ ਬਾਲਕ ਹੈ ਇਹਦਾ ਜਿਹੜਾ ਕਰਤੱਵ ਉਹਨਾਂ ਵਾਂਗ ਤੇ ਨਹੀਂ ਹੈ। ਕਲਾ ਵਿਸਾਲ ਦਿਆਲ ਭਲ ਭਾਂਤੀ, ਇਹ ਤੇ ਬੜੀ ਸ਼ਕਤੀ ਵਾਲੇ ਹੈ, ਕਲਾ ਵਾਲੇ ਹੈ ਤੇ ਚੰਗੀ ਤਰ੍ਹਾਂ ਇਹ ਦਿਆਲੂ ਕਿਰਪਾਲੂ ਹਨ। ਜਨ ਕਲਮਲ ਕਲ ਬਲ ਆਰਾਤੀ, ਮਾਨੋ ਕਿ ਇਹ ਜਿਹੜੇ ਕਲਯੁਗ ਦੇ ਪਾਪ ਹੈ ਬੜੇ ਬਲੀ, ਉਹਨਾਂ ਦੇ ਤੇ ਬੜੇ ਤਕੜੇ ਗੁਰੂ ਨਾਨਕ ਸਾਹਿਬ ਵੈਰੀ ਹਨ। ਸੂਝ ਪਰੀ ਬੂਜਨ ਹਿਤ ਉਦਤਿਓ, ਜਦੋਂ ਸਮਝ ਪਈ ਹੈ ਕਿ ਇਹ ਜੋ ਗੁਰੂ ਨਾਨਕ ਸਾਹਿਬ ਜੀ ਹੈ ਕੋਈ ਦੂਜੇ ਬੱਚਿਆਂ ਤੁਲ ਨਹੀਂ ਹੈ, ਇਹ ਤੇ ਮਹਾਨ ਹੀ ਕੋਈ ਸ਼ਕਤੀ ਵਾਲੇ ਹੀ ਹੈ, ਤੇ ਉਹ ਪੁੱਛਣ ਵਾਸਤੇ ਇਵੇਂ ਤਿਆਰ ਹੋਇਆ ਹੈ ਗੋਪਾਲ ਪਾਂਦਾ। ਕਮਲ ਬਦਨ ਅਲ ਬਚ ਗੁਰ ਵਿਦਤਿਓ, ਆ ਕਮਲ ਵਰਗੇ ਮੁਖ ਤੋਂ ਭੌਰੇ ਵਰਗੇ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਗੋਪਾਲ ਪਾਂਦੇ ਨੇ ਪ੍ਰਗਟ ਕੀਤੇ ਹੈ। ਆਰਜ ਸੁਜਾਨ ਭਜਨ ਜਲ ਮੀਨਾ, ਇਵੇਂ ਹੱਥ ਜੀ ਜੋੜ ਕੇ ਫਿਰ ਕਹਿਣ ਲੱਗਾ ਹੈ ਕਿ ਮਹਾਰਾਜ ਆ ਜਿਹੜੇ ਆ ਸ੍ਰੇਸ਼ਟ ਭਗਤ ਜਨ ਹੈ, ਸ੍ਰੇਸ਼ਟ ਜਨ ਆ ਜਿਹੜਾ ਵਾਹਿਗੁਰੂ ਦਾ ਭਜਨ ਸਿਮਰਨ ਹੈ, ਇਹ ਭਜਨ ਸਿਮਰਨ ਦੇ ਜਲ ਵਿੱਚ ਉਹ ਸ੍ਰੇਸ਼ਟ ਭਗਤ ਆ ਮੱਛੀ ਵਾਂਗ ਰਹਿੰਦੇ ਹੈ। ਕਈ ਮਹਾਂਪੁਰਸ਼ ਆ ਭਜਨ ਦੀ ਥਾਂ ਭੋਜਨ ਸ਼ਬਦ ਨਾਲ ਵੀ ਅਰਥ ਕਰ ਲੈਂਦੇ ਆ ਕਿ ਆ ਜਿਹੜੇ ਸ੍ਰੇਸ਼ਟ ਭਗਤ ਹੈ ਇਹ ਮਹਾਰਾਜ ਜਿਹੜਾ ਵਾਹਿਗੁਰੂ ਦਾ ਨਾਮ ਸਿਮਰਨ ਰੂਪੀ ਭੋਜਨ ਹੈ, ਇਸ ਜਲ ਵਿੱਚ ਜਾਂ ਮੱਛੀ ਵਾਂਗ ਜਾਂ ਮਸਤ ਰਹਿੰਦੇ ਹੈ। ਸੁਨੇ ਸੋ ਦੇਖੇ ਮੈਂ ਅਤ ਦੀਨਾ, ਹੇ ਮਹਾਰਾਜ ਮੈਂ ਇਹ ਦੁਨੀਆ ਦੇ ਵਿੱਚ ਉਹ ਸੁਣੇ ਵੀ ਹੈ ਤੇ ਦੇਖੇ ਵੀ ਆ ਕਿ ਜਿਹੜੇ ਆ ਭਜਨ ਸਿਮਰਨ ਕਰਨ ਵਾਲੇ ਹੁੰਦੇ ਆ ਇਹ ਬਹੁਤੇ ਆ ਗਰੀਬ ਕੰਗਾਲ ਨੰਗ ਮਲੰਗ ਜਿਹੇ ਹੁੰਦੇ ਐ। ਅਸਨ ਬਸਨ ਤਨ ਪ੍ਰਾਪਤ ਨਾਹੀ, ਆ ਨਾ ਤੇ ਉਹਨਾਂ ਨੂੰ ਸਰੀਰ ਤੇ ਚੰਗਾ ਕੱਪੜਾ ਪਾਉਣ ਲਈ ਮਿਲਦਾ ਹੈ, ਨਾ ਉਹਨਾਂ ਨੂੰ ਜਿਹੜਾ ਹੈ ਸਿਮਰਨ ਕਰਨ ਵਾਲਿਆਂ ਨੂੰ ਆ ਕੋਈ ਭੋਜਨ ਹੀ ਚੰਗਾ ਮਿਲਦਾ। ਐਵੇਂ ਆ ਮੰਗ ਠੂਠਾ ਜਾਂ ਫੜ ਕੇ ਤੇ ਮੰਗ ਤੰਗ ਕੇ ਉਹ ਗੁਜ਼ਾਰਾ ਕਰ ਲੈਂਦੇ ਹੈ। ਆਵਹਿ ਖਾਹੇ ਰੰਕ ਸਿਆਹੀ, ਜਿਵੇਂ ਬੜਾ ਕੋਈ ਕੰਗਾਲ ਗਰੀਬ ਜਿਹਾ ਹੋਵੇ ਇਹੋ ਜਿਹੇ ਉਹ ਸਿਮਰਨ ਕਰਨ ਵਾਲੇ ਹੁੰਦੇ, ਜੇ ਕਿਤੇ ਆ ਜਾਵੇ ਤੇ ਆ ਖਾ ਲੈਂਦੇ ਨੇ ਤੇ ਉਹ ਭਜਨ ਸਿਮਰਨ ਕਰਨ ਵਾਲੇ ਬੰਦਗੀ ਵਾਲੇ ਭੁੱਖੇ ਧਿਆਏ ਮਰਦੇ ਐ। ਇਸ
ਕਰ ਮੁਰ ਔਰ ਸ਼ਰਧਾ ਹਾਰੀ। ਇਸੇ ਕਰਕੇ ਮਹਾਰਾਜ ਕਿ ਆ ਭਜਨ ਸਿਮਰਨ ਵਾਲਿਆਂ ਦਾ ਇਹੋ ਜਿਹਾ ਹਾਲ ਜਿਹਾ ਵੇਖ ਕੇ ਮੇਰੀ ਤੇ ਸ਼ਰਧਾ ਨਾਸ ਹੋ ਗਈ ਆ ਕਿ ਜਿਹੜੇ ਸਿਮਰਨ ਕਰਨ ਵਾਲੇ ਆ ਇਹ ਤੇ ਇਵੇਂ ਸਿਮਰਨ ਕਰਨਾ ਭਜਨ ਕਰਨਾ ਇਹਦੇ ਭੁੱਖੇ ਮਰਨਾ ਪੈਂਦਾ ਹੈ। ਸਿਰ ਮਰਨਾ ਸਭ ਹਿਨ ਇੱਕ ਸਾਰੀ। ਬਾਕੀ ਵੀ ਮਹਾਰਾਜ ਆ ਜਿਹੜਾ ਸਿਰ ਤੇ ਮਰਨਾ ਹੈ ਇਹ ਤੇ ਸਾਰਿਆਂ ਦੇ ਇੱਕ ਸਾਰੀ ਹੈ। ਭਾਵੇਂ ਕੋਈ ਭਜਨ ਸਿਮਰਨ ਕਰ ਲਵੇ, ਭਾਵੇਂ ਕੋਈ ਆ ਖਾ ਪੀ ਕੇ ਮਰੇ, ਆ ਮਰਨਾ ਤੇ ਸਭ ਦੇ ਸਿਰ ਉੱਪਰ ਹੀ ਹੈ। ਦੋਹਰਾ ਧਰਾ ਧੀਰ ਦਾ ਧਰਮ ਤੁਰ। ਜਿਸ ਤਰ੍ਹਾਂ ਜੋ ਧੀਰਜ, ਜੋ ਧਰਤੀ ਨੂੰ ਧੀਰਜ ਦੇਣ ਵਾਲੇ ਤੇ ਧਰਮ ਦਾ ਧੁਰਾ ਆਸਰਾ ਹਨ। ਪਾਂਦੇ ਕੇ ਸੁਨ ਬੈਨ। ਪਾਂਦੇ ਦੇ ਇਹੋ ਜਿਹੇ ਬਚਨ ਜੇ ਸੁਣ ਕੇ ਕਿ ਆ ਜਿਹੜੇ ਸਿਮਰਨ ਭਜਨ ਵਾਲਿਆ ਨੰਗ ਮਲੰਗ ਭੁੱਖੇ ਜੇ ਖਾ ਪੀ ਕੇ ਉਹ ਦਿਨ ਕੱਟਦੇ ਐ, ਤਾਂ ਹੀ ਮਹਾਰਾਜ ਮੇਰੀ ਸ਼ਰਧਾ ਮਰ ਗਈ ਹੈ ਇਹੋ ਜਿਹੇ ਬਚਨ ਜੇ ਸੁਣ ਕੇ। ਦੁਤੀਯ ਸ਼ਬਦ ਪਦ ਬਦਨ ਤੇ। ਦੂਸਰਾ ਜਿਹੜਾ ਸ਼ਬਦ ਹੈ ਸ੍ਰੀ ਰਾਗ ਦਾ, ਸ੍ਰੀ ਰਾਗ ਵਿੱਚ ਤੇ ਗੁਰੂ ਸਾਹਿਬ ਜੀ ਨੇ ਇਵੇਂ ਕਵਲ ਵਰਗੇ ਮੁਖ ਤੋਂ ਬਦਤੰ ਸ਼ਰਧਾ ਦਾਨ। ਆ ਬਦਤੰ ਆ ਗੁਰੂ ਜੀ ਨੇ ਬਚਨ ਕੀਤਾ ਦੂਸਰਾ ਸ਼ਬਦ ਰਾਹੀਂ ਸ਼ਰਧਾ ਦੇਣ ਵਾਸਤੇ ਗੋਪਾਲ ਪਾਂਦੇ ਨੂੰ ਵੀ ਗੋਪਾਲ ਪਾਂਦੇ। ਐਸਾ ਨਹੀਂ ਹੈ ਕਿ ਉਹ ਭਜਨ ਸਿਮਰਨ ਵਾਲੇ ਆ ਦੁਖੀ ਹੁੰਦੇ, ਉਹਨਾਂ ਨੂੰ ਤੇ ਵਡਿਆਈਆਂ ਮਿਲਦੀਆਂ ਉਸ ਰੱਬ ਦੇ ਘਰ। ਸ਼੍ਰੀ ਮੁਖ ਵਾਕ ਜਿੱਥੈ ਮਿਲਹਿ ਵਡਿਆਈਆ। ਐ ਵੀ ਗੋਪਾਲ ਪਾਂਦੇ ਉਹ ਜਿੱਥੇ ਸੱਚੀ ਦਰਗਾਹ ਹੈ ਨਾ ਧਰਮ ਰਾਜ ਦਾ ਘਰ, ਉੱਥੇ ਉਹ ਰੱਬ ਦੇ ਨਾਮ ਜਪਣ ਵਾਲਿਆਂ ਨੂੰ ਆ ਵਡਿਆਈਆਂ ਮਿਲਦੀਆਂ ਹਨ। ਸਦ ਖੁਸ਼ੀਆ ਸਦ ਚਾਉ। ਉਹ ਸਦਾ ਸਿਮਰਨ ਕਰਨ ਵਾਲਿਆਂ ਨੂੰ ਆ ਖੁਸ਼ੀਆਂ ਰਹਿੰਦੀਆਂ, ਚਾਉ ਚੜਿਆ ਰਹਿੰਦਾ ਹੈ। ਤਿੰਨ ਮੁਖ ਟਿਕੇ ਨਿਕਲ ਹੈ। ਉਹਨਾਂ ਦੇ ਆ ਮੁਖ ਕਹੀਏ ਮਸਤਕ ਮੱਥੇ ਤੇ ਉਸ ਦਰਗਾਹ ਦੇ ਵਿੱਚ ਆ ਟਿੱਕੇ ਨਿਕਲਦੇ ਆ, ਜਸ ਦੇ ਟਿੱਕੇ ਲੱਗਦੇ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜਿਨ ਮਨ ਸੱਚਾ ਨਾਉ। ਉਹ ਜਿਨ੍ਹਾਂ ਰੱਬ ਦੇ ਪਿਆਰਿਆਂ ਦੇ ਮਨ ਵਿੱਚ ਆ ਸੱਚਾ ਨਾਉ ਵਸਦਾ ਹੈ। ਕਰਮ ਮਿਲੈ ਤਾਂ ਪਾਈਐ। ਜੇ ਕਰਮ ਚੰਗੇ ਹੋਣ ਤਾਂ ਗੁਰੂ ਮਿਲਦੇ ਐ, ਗੁਰੂ ਕਰਕੇ ਉਹ ਪਰਮੇਸ਼ਰ ਨੂੰ ਪਾਈਦਾ ਹੈ। ਨਾਹੀ ਗੱਲੀ ਵਾਉ ਦੁਆਉ। ਗੋਪਾਲ ਪਾਂਦੇ ਆ ਗੱਲਾਂ ਨਾਲ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਮਤ ਜਾਣ ਸਹਿ ਗੱਲੀ ਪਾਇਆ, ਗੱਲਾਂ ਨਾਲ ਉਸ ਨੂੰ ਕਿਸੇ ਨੇ ਨਹੀਂ ਪਾਇਆ ਹੈ। ਨਾ ਹੀ ਗੱਲੀ ਵਾਉ ਦੁਆਓ, ਜਿਹੜੀਆਂ ਬਹੁਤੀਆਂ ਗੱਲਾਂ ਜੀਆਂ ਕਰਨੀਆਂ ਨਾ ਇਹ ਤੇ ਜਿਵੇਂ ਹਵਾ ਹੁੰਦੀ ਹੈ ਨਾ, ਹਵਾ ਦੇ ਤੋਲੀ ਹੈ ਜੱਕੜ ਮਾਰਨੇ। ਜਿਵੇਂ ਆ ਗੱਲ ਕੀਤੀ ਹੈ ਤੇ ਉਹ ਮੂੰਹੋਂ ਨਿਕਲੀ ਤੇ ਨਿਕਲ ਗਈ, ਗਈ ਤੇ ਗਈ। ਇਵੇਂ ਉਹ ਬਹੁਤੇ ਜੱਕੜ ਮਾਰਨੇ, ਬਹੁਤਾ ਬੋਲਣ ਝੱਖਣ ਹੋਏ ਉਹ ਕਿਸੇ ਕੰਮ ਨਹੀਂ, ਹਵਾ ਵਾਂਗ ਹੀ ਹਨ। ਚੌਪਈ ਨਹਿ ਪਾਂਦਾ ਔਰ ਧਾਰ ਹੋਇਆ ਸੇ। ਮਹਾਰਾਜ ਕਹਿਣ ਲੱਗੇ ਗੋਪਾਲ ਪਾਂਦੇ ਆ ਮਤਾ ਤੂੰ ਇਹੋ ਜਿਹਾ ਹਿਰਦੇ ਵਿੱਚ ਧਾਰ। ਅਗਿਆਨੀ ਨਰ ਮਰ ਹੈ ਜੈਸੇ। ਕਿਆ ਜਿਸ ਤਰ੍ਹਾਂ ਅਗਿਆਨੀ ਲੋਕ ਇੱਥੇ ਦੁਨੀਆ 'ਚ ਔਖੇ ਹੋ ਕੇ ਮਰਦੇ ਆ, ਵੀ ਜਿਹੜੇ ਆ ਰੱਬ ਦੇ ਪਿਆਰੇ ਸਿਮਰਨ ਵਾਲੇ ਆ ਵੀ ਉਹ ਵੀ ਔਖੇ ਹੋ ਕੇ ਮਰਦੇ ਹੈ। ਸਹਿ ਸ਼ੋਕਨ ਸੋ ਮਰਨਾ ਤਿਨ ਕੋ। ਐਵੇਂ ਨਾ ਜਾਣ ਕੇ ਜਿਵੇਂ ਅਗਿਆਨੀ ਲੋਕ ਇੱਥੇ ਔਖੇ ਹੋ ਕੇ ਮਰਦੇ ਤੇ ਉਹ ਭਜਨ ਵਾਲੇ ਵੀ ਐਵੇਂ ਮਰਦੇ ਹੋਣਗੇ। ਜਿਹੜੇ ਅਗਿਆਨੀ ਲੋਕ ਹੈ ਉਹਨਾਂ ਦਾ ਸੋਗ ਦੇ ਸਹਿਜ ਮਰਨਾ ਹੁੰਦਾ, ਗਮਾਂ ਨਾਲ ਹੀ ਮਰਦੇ ਉਹ। ਜਨਮ ਜੋਨ ਪੁਨ ਪੁਨ ਤਿਨ ਗਨ ਕੋ। ਉਹਨਾਂ ਬਾਰੇ ਕੀ ਦਸੀਏ ਕਿ ਉਹ ਅਗਿਆਨੀ ਲੋਕ ਮਰ ਕੇ ਸੋਕਾਂ ਦੇ ਸਹਿਜ ਜਾਂਦੇ ਹੈ ਤੇ ਜਨਮ ਉਹ ਜੂਨਾਂ ਵਿੱਚ ਪੁਨः ਪੁਨः ਜੂਨਾਂ ਵਿੱਚ ਪੈ ਕੇ ਆ 84 ਲੱਖ ਜਨਮ ਲੈਂਦੇ ਹੈ। ਕੌਣ ਗਿਣਤੀ ਕਰ ਸਕਦਾ ਵੀ ਕਿੰਨੇ ਜਨਮ ਧਾਰਦੇ ਅਗਿਆਨੀ ਲੋਕ। ਨਿਤ
ਚਿਤ ਹਰਖਤ ਸੰਤ ਸੁਖੈਨਾ। ਜਿਹੜੇ ਸੰਤਾਂ ਨੂੰ ਤੂੰ ਕਹਿਣਾ ਕਿ ਨੰਗ ਮਲੰਗ ਜੇ ਰਹਿੰਦੇ ਗੋਪਾਲ ਪਾਂਦੇ, ਉਹ ਤੇ ਸੰਤ ਸੁਖਾਂ ਦੇ ਘਰ ਹੈ, ਹਮੇਸ਼ਾ ਚਿੱਤ ਵਿੱਚ ਉਹ ਖੁਸ਼ ਰਹਿੰਦੇ ਐ। ਜਮ ਦੂਤਨ ਤੇ ਤਿਨ ਮਨ ਪੈਨਾ। ਉਹ ਸੰਤਾਂ ਨੂੰ ਸਿਮਰਨ ਵਾਲਿਆਂ ਨੂੰ ਆ ਜਿਹੜਾ ਧਰਮ ਰਾਜ ਦਾ ਜਮ ਹੈ, ਉਹ ਜਮ ਦੇ ਦੂਤਾਂ ਦਾ ਕੋਈ ਭੈ ਨਹੀਂ ਹੈ। ਤੇਰੇ ਸੇਵਕ ਕੋ ਭਾਉ ਕੁਛ ਨਾਹੀ ਜਮ ਨਹੀਂ ਆਵੇ, ਨੇੜੇ ਉਹਨਾਂ ਦੇ ਨੇੜੇ ਨਹੀਂ ਆਉਂਦਾ ਉਹ ਜਮ। ਸਦ ਖੁਸ਼ੀਆ ਚਿਤ ਚਾਉ ਕਨੇਰਾ। ਉਹਨਾਂ ਦੇ ਤੇ ਆ ਸਦਾ ਹੀ ਆ ਖੁਸ਼ੀਆਂ ਚਿੱਤ ਵਿੱਚ ਰਹਿੰਦੀਆਂ ਨੇ, ਚਾਉ ਕਨੇਰਾ ਹੀ ਚੜਿਆ ਰਹਿੰਦਾ ਉਹਨਾਂ ਨੂੰ। ਜਪਤ ਨਾਮ ਹਰ ਹੀ ਰਹਿ ਨੇਰਾ। ਉਹ ਤੇ ਵਾਹਿਗੁਰੂ ਦਾ ਨਾਮ ਜਪਦੇ ਐ ਤੇ ਗੁਰੂ ਪਰਮੇਸ਼ਰ ਨੂੰ ਹਮੇਸ਼ਾ ਨੇੜੇ ਜਾਣਦੇ ਐ। ਜਹ ਜਹ ਦੇਖੋ ਤਹ ਹਜੂਰ, ਦੂਰ ਕਤਹੁ ਨਹਿ ਜਾਈ। ਆ ਨੇੜੇ ਵੇਖਦੇ ਰੱਬ ਨੂੰ ਨਾਮ ਜਾਪਣ ਵਾਲੇ। ਚਿਤ ਅਚਿੰਤ ਤਨ ਤਜ ਜਪ ਜਾਈ। ਗੋਪਾਲ ਪਾਂਦੇ ਜਦੋਂ ਚਿੱਤ ਵਿੱਚ ਐਵੇਂ ਅਚਿੰਤ ਹੋ ਕੇ ਆ ਸਰੀਰ ਛੱਡ ਕੇ ਜਾਂਦੇ ਆ ਨਾ, ਉਹ ਅਗਲੀ ਜਗ੍ਹਾ ਪਰਲੋਕ ਵਿੱਚ ਆਗੇ ਮਿਲਹਿ ਤਿਨਹਿ ਵਡਿਆਈ। ਉਹਨਾਂ ਰੱਬ ਦੇ ਪਿਆਰਾਂ ਨੂੰ ਅੱਗੇ ਸੱਚੀ ਦਰਗਾਹ ਵਿੱਚ ਵਡਿਆਈ ਮਿਲਦੀ ਹੈ। ਮੁਖ ਉਜਲ ਸਦਾ ਸੁਖੀ, ਉਹਨਾਂ ਦਾ ਮੁਖ ਉਜਲਾ ਹੁੰਦਾ ਉਹ ਸੱਚੀ ਦਰਗਾਹ ਵਿੱਚ। ਜਸ ਕੇ ਨਿਕਸਹਿ ਮਸਤਕ ਟੀਕਾ। ਉਹਨਾਂ ਦੇ ਮੱਥੇ ਉੱਪਰ ਉਹ ਜਸ ਦਾ ਟਿੱਕਾ ਨਿਕਲਦਾ ਹੈ। ਉਹਨਾਂ ਦੇ ਮੱਥੇ ਉੱਪਰ ਆ ਜਸ ਹੁੰਦਾ, ਉਹਨਾਂ ਦਾ ਜੈ ਜੈਕਾਰਾਂ ਹੁੰਦੀਆਂ ਉਹ ਸੱਚੀ ਦਰਗਾਹ ਵਿੱਚ। ਸੁਜਾਨ ਭਜਨ ਮਹਿ ਜਿਨ ਮਨ ਨੀਕਾ। ਆ ਜਿਹੜੇ ਰੱਬ ਦੇ ਪਿਆਰੇ ਸ੍ਰੇਸ਼ਟ ਜਨਾਂ ਦਾ ਪਰਮੇਸ਼ਰ ਦੇ ਭਜਨ ਵਿੱਚ ਆ ਚੰਗੀ ਤਰ੍ਹਾਂ ਜਿਹੜਾ ਮਨ ਲੱਗਿਆ ਹੋਇਆ ਹੈ। ਦੋਹਰਾ ਸ਼੍ਰੀ ਪਰਮੇਸ਼ਰ ਅਤ ਦਇਆ। ਕਿਉਂਕਿ ਜਿਹੜਾ ਸੁਭਾਏ ਮਾਨ ਸ਼੍ਰੀ ਪਰਮ ਈਸ਼ਰ ਪਰਮੇਸ਼ਰ ਹੈ ਨਾ, ਉਹ ਅਤ ਦਇਆ ਦਾ ਮਾਲਕ ਹੀ ਹੈ। ਜਿਹੇ ਨਰ ਪ੍ਰਾਪਤ ਨਾਮ। ਆ ਜਿਸ ਜੋ ਸ੍ਰੀ ਪਰਮੇਸ਼ਰ ਹੈ ਅਤ ਦਇਆ ਵਾਲਾ, ਜਿਸ ਪੁਰਖ ਦੇ ਉਹ ਦਇਆ ਕਰ ਦਿੰਦਾ, ਉਸ ਨੂੰ ਇਹ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ। ਬਾਤਾ ਬਨ ਕੀ ਬਦਨ ਤੇ। ਦੁਬਾਰਾ ਪੜ। ਬਾਤਾ ਬਗਨੀ ਬਦਨ ਤੇ। ਬਾਕੀ ਜਿਹੜੀਆਂ ਗੋਪਾਲ ਪਾਂਦੇ ਗੱਲਾਂ ਮੂੰਹ ਤੋਂ ਆ ਬਕੜਵਾਦ ਜੱਕੜ ਜੇ ਮਾਰਨੇ ਹੈ। ਬਾਤ ਸਰਸ ਬਿਨ ਕਾਮ। ਉਹਦੇ ਬਿਨਾ ਕੰਮ ਅਨਕੰਮੀਆਂ ਗੱਲਾਂ ਹੈ, ਜਿਵੇਂ ਹਵਾ ਦੇ ਤੁੱਲ ਹੈ। ਜਿਵੇਂ ਹਵਾ ਆਈ ਤੇ ਗਾਂ ਲੰਘ ਜਾਂਦੀ, ਕਿਸੇ ਕੰਮ ਨਹੀਂ ਆਉਂਦੀ ਹੈ। ਆ ਬਹੁਤਾ ਜਿਹੜਾ ਬੋਲਣ ਹੈ, ਮਹਾਰਾਜ ਕਹਿੰਦੇ ਬਹੁਤਾ ਬੋਲਣ ਝੱਖਣ ਹੋਏ। ਝੱਖਣ ਹੀ ਹੁੰਦਾ ਬਹੁਤੀਆਂ। ਇੱਕ ਫਿਰੇ ਕਰੇ ਇੱਕ ਫਿਰੇ ਘਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ। ਗੱਲਾਂ ਨਾਲ ਪਰਮੇਸ਼ਰ ਨੂੰ ਕਿਸੇ ਨੇ ਨਹੀਂ ਪਾਇਆ, ਭਾਵੇਂ ਇੱਥੇ ਰੋਜ਼ ਹੀ ਕਥਾ ਕਰੀ ਜਾਵੇ ਆ ਕੇ। ਇਹ ਕਥਾ ਨਾਲ ਕੁਝ ਨਹੀਂ ਹੁੰਦਾ ਜਿੰਨਾ ਚਿਰ ਆਪਣੇ ਹਿਰਦੇ ਵਿੱਚ ਗੱਲ ਨਾ ਵਸਾਈ ਹੋਵੇ, ਜਿੰਨਾ ਚਿਰ ਗੁਰੂ ਨੂੰ ਪਰਮੇਸ਼ਰ ਨਾ ਸਮਝਿਆ ਹੋਵੇ। ਅਸੀਂ ਤੇ ਗੁਰੂ ਜੀ ਨੇ ਸਿਰਫ ਗਿਆਨ ਹੀ ਸਮਝਿਆ ਹੈ ਵੀ ਗਿਆਨ ਲਓ, ਬੋਲ ਕੇ ਜਾਓ ਤੇ ਦੂਜਿਆਂ ਨੂੰ ਸੁਣਾਓ। ਜਿੰਨਾ ਚਿਰ ਗੁਰੂ ਨੂੰ ਪਰਮੇਸ਼ਰ ਨਹੀਂ ਨਾ ਸਮਝਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਹੈ, ਡਰ ਭੈ ਰੱਖਣਾ ਹੈ, ਵਾਧੂ ਦਾ ਨਹੀਂ ਬੋਲਣਾ ਹੈ, ਉਹਨਾਂ ਚਿਰ ਕੁਝ ਨਹੀਂ ਹੁੰਦਾ। ਉਹ ਗੱਲਾਂ ਨਾਲ ਇਹ ਗੋਪਾਲ ਪਾਂਦੇ ਉਸ ਪਰਮੇਸ਼ਰ ਨੂੰ ਪਾਇਆ ਨਹੀਂ ਜਾਂਦਾ। ਬਹੁਤਾ ਬੋਲਣ ਤੇ ਆ ਝੱਖਣੀ ਹੈ। ਚੌਪਈ ਸੁਨ ਸੁਨ ਸ਼ੋਨਨ ਬੈਨਨ ਪਾਂਦਾ। ਐਵੇਂ ਸਤਿਗੁਰੂ ਨਾਨਕ ਸਾਹਿਬ ਜੀ ਦੇ ਗੋਪਾਲ ਪਾਂਦਾ ਆ ਬਚਨ ਸੁਣ ਸੁਣ ਕੇ ਕੰਨਾਂ ਵਿੱਚ। ਨਿਜ ਚਿਤ ਹੈ ਲਖ ਮੰਤਰਨ ਬਾਧਾ। ਆਪਣੇ ਚਿੱਤ ਨੂੰ ਇਹਨੇ ਵੇਂ ਸੱਪ ਵਾਂਗ ਜਾਣਿਆ, ਜਿਵੇਂ ਸੱਪ ਮੰਤਰਾਂ ਨਾਲ ਵੱਜ ਜਾਂਦਾ ਹੈ, ਇਵੇਂ ਚਿੱਤ ਨੂੰ ਸੱਪ ਜਾਣ ਕੇ ਗੁਰੂ ਦੇ ਜਿਹੜੇ ਬਚਨ ਹੈ ਉਹ ਮੰਤਰਾਂ ਵਿੱਚ ਇਵੇਂ ਮਨ ਨੂੰ ਇਹਨੇ ਬੰਨ ਲਿਆ ਹੈ। ਤਿਉ ਤਿਉ ਨਮਰਨ ਹੋਏ ਬਲਬਾਨੀ। ਚਿੱਤ ਨੂੰ ਸੱਪ ਜਾਣ ਕੇ ਗੁਰੂ ਦੇ ਬਚਨਾਂ ਨੂੰ ਮੰਤਰ ਜਾਣ ਕੇ ਇਵੇਂ ਵੱਜ ਗਿਆ ਹੈ। ਜਿਉਂ ਜਿਉਂ ਵੱਜ ਗਿਆ ਹੈ ਤਿਉਂ ਤਿਉਂ ਹੀ ਕਹਿੰਦੇ ਨੀਵਾਂ ਨਿਮਾਣਾ ਹੋ ਕੇ
ਨਿਮਰਤਾ ਸਹਿਤ ਹੋ ਰਿਹਾ ਤੇ ਜਿਹੜੀ ਸ੍ਰੇਸ਼ਟ ਬਾਣੀ ਪੂਜਨ ਹੇਤ ਬਦਹਿ ਸੁਖਦਾਨੀ। ਉਹ ਜਿਹੜੀ ਸ੍ਰੇਸ਼ਟ ਬਾਣੀ ਹੈ ਉਸ ਬਾਣੀ ਦੇ ਰਾਹੀਂ ਪੁੱਛਣ ਵਾਸਤੇ ਜੋ ਸੁੱਖਾਂ ਦਾ ਦਾਨ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਇਹ ਕਹਿਣ ਲੱਗਾ ਹੈ। ਪਾਤਸ਼ਾਹ ਭੂਪਤ ਇੱਕ ਕੀਤੇ। ਕਹਿਣ ਲੱਗਾ ਮਹਾਰਾਜ ਵੇਖੋ ਇੱਕੋ ਪਰਮੇਸ਼ਰ ਨੇ ਆ ਬੜੇ ਬੜੇ ਵੱਡੇ ਚੱਕਰਵਰਤੀ ਜਿਹੜੇ ਪਾਤਸ਼ਾਹ ਧਰਤੀ ਦੇ ਮਾਲਕ ਕੀਤੇ ਹੋਏ ਦੁਨੀਆ ਵਿੱਚ। ਚਿਤ ਮਹਿ ਕਬ ਭਗਵੰਤ ਨਾ ਪ੍ਰੀਤੇ। ਪਰ ਉਹਦੇ ਪਾਤਸ਼ਾਹ ਲੋਕ ਹੈ ਉਹਨਾਂ ਦੇ ਚਿੱਤ ਵਿੱਚ ਉਸ ਪਰਮੇਸ਼ਰ ਦੇ ਨਾਮ ਦੀ ਉਹ ਪਰਮੇਸ਼ਰ ਦੀ ਕਦੀ ਪ੍ਰੀਤੀ ਨਹੀਂ ਹੁੰਦੀ ਹੈ। ਬਿਲ ਸਤ ਜਗਤ ਵਿਸਾਲ ਬਿਲਾਸਾ। ਉਹ ਤੇ ਜਗਤ ਦੇ ਜਿਹੜੇ ਬੜੇ ਬੜੇ ਬਿਲਾਸ ਹੈ ਮੌਜਾਂ ਮਾਨਣੀਆਂ ਆਨੰਦ ਵਿੱਚ ਹੈ ਆਨੰਦ ਭੋਗਦੇ ਹੈ। ਹਿਰਦੇ ਨਾ ਕਦੇ ਨਾਮ ਪਰਵਾਸਾ। ਐਸੇ ਜਿਹੜੇ ਉਹ ਭੂਪਤ ਪਾਤਸ਼ਾਹ ਹੈ ਹਿਰਦੇ ਦੇ ਵਿੱਚ ਮਹਾਰਾਜ ਉਹਨਾਂ ਦੇ ਕਦੀ ਨਾਮ ਤੇ ਭਰੋਸਾ ਹੀ ਨਹੀਂ ਕੀਤਾ ਵੀ ਨਾਮ ਹੀ ਸਭ ਕੁਝ ਹੈ। ਨਿਸ ਬਾਸੁਰ ਐਸ਼ਨ ਮਹਿ ਐਸੇ। ਮਹਾਰਾਜ ਉਹ ਤੇ ਰਾਤ ਦਿਨ ਇਹ ਦੁਨੀਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਐਸ਼ ਪ੍ਰਸਤੀਆਂ ਵਿੱਚ ਹੀ ਆ ਗੁਜ਼ਰਦੇ ਫਸੇ ਰਹਿੰਦੇ ਹੈ। ਉਤਪਲ ਮਹਿ ਅਲ ਮਿਲਵਤ ਜੈਸੇ। ਆ ਜਿਸ ਤਰ੍ਹਾਂ ਕਵਲ ਫੁੱਲ ਵਿੱਚ ਭੌਰਾ ਮਿਲਿਆ ਹੁੰਦਾ ਨਾ ਉਹਦੇ ਵਿੱਚ ਸਮਾਇਆ ਹੁੰਦਾ ਐਵੇਂ ਉਹ ਪਾਤਸ਼ਾਹ ਲੋਕ ਜਿਹੜੇ ਐ ਆ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਹੀ ਫਸੇ ਰਹਿੰਦੇ ਮਿਲੇ ਰਹਿੰਦੇ ਹੈ। ਅੰਤ ਸਮਾਨ ਹੈ ਸਿਮਰਹਿ ਸੋ। ਮਹਾਰਾਜ ਉਹ ਤੇ ਅੰਤ ਸਮਾਂ ਸਿਮਰਦੇ ਨਹੀਂ ਹੈ ਕਿ ਇੱਕ ਦਿਨ ਇਹ ਦੁਨੀਆ ਤੋਂ ਤੁਰ ਜਾਣਾ ਹੈ ਮਰ ਜਾਣਾ ਹੈ। ਉਹਦੇ ਯਾਦ ਹੀ ਨਹੀਂ ਕਰਦੇ ਕਹਿੰਦੇ ਅਸੀਂ ਨਹੀਂ ਮਰਨਾ। ਜਿਉ ਅਗ ਲਗਤ ਜਿਉ ਅਗ ਲਖਤ ਨਾ ਲੋ ਲਪਕੋ। ਉਹ ਤੇ ਐਵੇਂ ਰਹਿੰਦੇ ਆ ਜਿਵੇਂ ਆ ਚੰਚਲ ਬੰਦਾ ਆ ਸ਼ਰਾਰਤੀ ਬੰਦਾ ਪਾਪ ਕਰਨ ਨੂੰ ਨਹੀਂ ਨਾ ਕੁਝ ਜਾਣਦਾ। ਪਾਪ ਕਰਨ ਲੱਗਿਆ ਕੁਝ ਨਹੀਂ ਉਹ ਸਮਝਦਾ ਵੇਖਦਾ ਹੈ ਤੇ ਪਾਪ ਚੱਟ ਕਰ ਦਿੰਦਾ ਹੈ ਸ਼ਰਾਰਤੀ ਬੰਦਾ। ਇਵੇਂ ਉਹ ਰਹਿੰਦੇ ਹੈ। ਜਾਂ ਲੋਲਪ ਕਹੀਏ ਜਿਹੜਾ ਵਿਸ਼ੇ ਲੰਪਟ ਹੈ। ਆ ਜਿਵੇਂ ਵਿਸ਼ੇ ਲੰਪਟ ਕਿ ਪਰ ਗਮਨ ਕਰਨਾ ਇਸਤਰੀ ਨਾਲ ਤੇ ਉਹ ਸੋਚਦਾ ਨਹੀਂ ਹੈ ਕਿ ਮੈਂ ਪਾਪ ਕਰ ਰਿਹਾ ਹਾਂ। ਆ ਕੁਝ ਨਹੀਂ ਸਮਝਦਾ ਉਹ ਤੇ ਸਗੋਂ ਖੁਸ਼ ਹੋ ਕੇ ਆ ਕਰਦਾ ਹੈ ਪਾਪ ਵਿਸ਼ੇ ਲੰਪਟ। ਦੋਹਰਾ ਜਿਨ ਦੀਨੋ ਤਨ ਮਨ ਧਨੰ। ਆ ਜਿਸ ਪਰਮੇਸ਼ਰ ਨੇ ਇਹ ਪਾਤਸ਼ਾਹ ਲੋਕਾਂ ਨੂੰ ਵੱਡੇ ਵੱਡੇ ਲੋਕਾਂ ਨੂੰ ਆ ਸਰੀਰ ਦਿੱਤਾ ਹੈ ਸੋਹਣਾ ਆ ਮਨ ਦਿੱਤਾ ਗਿਆਨ ਵਾਸਤੇ ਵਰਤਣ ਵਾਸਤੇ ਮਾਇਆ ਦੇ ਗਫੇ ਦਿੱਤੇ ਐ। ਤਿਸ ਤੇ ਅਸ ਅਨਜਾਨ। ਉਸ ਪਰਮੇਸ਼ਰ ਤੋਂ ਮਹਾਰਾਜ ਉਹ ਤੇ ਇਸ ਤਰ੍ਹਾਂ ਅਣਜਾਣ ਹਨ। ਦਾਦਰ ਕਰਦਮ ਮਦ ਮਿਲ। ਆ ਜਿਸ ਤਰ੍ਹਾਂ ਆ ਡੱਡੂ ਜਿਹੜਾ ਹੁੰਦਾ ਹੈ ਚਿੱਕੜ ਵਿੱਚ ਐ ਮਿਲਿਆ ਜੁੜਿਆ ਹੁੰਦਾ ਕਦੇ ਨਿਕਲਦਾ ਨਹੀਂ ਉਹ। ਕੀਮ ਨਾ ਕਮਲ ਪਛਾਨ। ਉਹ ਚਿੱਕੜ ਵਿੱਚ ਡੱਡੂ ਬੈਠਾ ਰਹਿੰਦਾ ਹੈ ਕਮਲ ਫੁੱਲ ਦੀ ਜਿਵੇਂ ਕੀਮਤ ਨਹੀਂ ਨਾ ਪਛਾਣਦਾ। ਇਸੇ ਤਰ੍ਹਾਂ ਉਹ ਬਾਦਸ਼ਾਹ ਲੋਕ ਵੱਡੇ ਵੱਡੇ ਲੋਕ ਆ ਡੱਡੂਆਂ ਸਮਾਨ ਹੈ ਤੇ ਵਿਸ਼ਿਆਂ ਦੇ ਚਿੱਕੜ ਵਿੱਚ ਮਿਲੇ ਰਹਿੰਦੇ ਹੈ। ਜਿਹੜਾ ਪਰਮੇਸ਼ਰ ਹੈ ਕਵਲ ਫੁੱਲ ਦੀ ਨਿਆਈ ਉਹਦੀ ਨਹੀਂ ਉਹ ਕੀਮਤ ਜਾਣਦੇ ਪਛਾਣਦੇ। ਜੋ ਪਈ ਬਿਸਰੈ ਬੈਸ ਬਿਹਾਵਹਿ ਸਭ ਹੀ। ਉਹ ਤੇ ਐਵੇਂ ਪਰਮੇਸ਼ਰ ਨੂੰ ਭੁਲਾ ਕੇ ਸਾਰੀ ਜਿਹੜੀ ਉਮਰ ਹੈ ਉਹਨਾਂ ਦੀ ਐਵੇਂ ਬੀਤ ਜਾਂਦੀ ਐਵੇਂ ਕੌਡੀਆਂ ਦੇ ਭਾਅ ਹੀ। ਨਾਮ ਨਾ ਚਿਤ ਮਹਿ ਚਿਤਵਿਓ ਕਬਹੀ। ਵਾਹਿਗੁਰੂ ਦਾ ਨਾਮ ਮਹਾਨ ਹੈ ਤੇ ਚਿੱਤ ਵਿੱਚ ਕਦੇ ਸੋਚਦੇ ਨਹੀਂ ਵੀ ਸਿਮਰਨ ਕਰ ਲਈਏ ਇੱਥੋਂ ਦੁਨੀਆ ਤੋਂ ਜਾਣਾ ਕਦੀ ਸੋਚਿਆ ਹੀ ਨਹੀਂ ਉਹਨਾਂ ਨੇ। ਸੁਖ ਸੋ ਬਿਸਵ ਬਸਹਿ ਬਸ ਸੇਤੀ। ਸਗੋਂ ਮਹਾਰਾਜ ਉਹ ਤੇ ਜਗਤ ਦੇ ਵਿੱਚ ਸੁਖ ਨਾਲ ਵਸਦੇ ਐ ਆ ਬਸ ਛੇਤੀ ਆ ਧਨ ਤੇ ਪਦਾਰਥਾਂ ਨਾਲ ਉਹਦੇ ਖੁਸ਼ੀ ਖੁਸ਼ੀ ਜ਼ਿੰਦਗੀ ਮਾਣਦੇ ਐ ਤੇ ਸੁੱਖ ਨਾਲ ਵਸਦੇ ਇਹ ਦੁਨੀਆ ਵਿੱਚ। ਹਿਰਦੇ ਕਦਾਚਿਤ ਸੁਧ ਨਾ ਅਗੇਤੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹਿਰਦੇ ਵਿੱਚ ਉਹਨਾਂ ਨੇ ਕਦੇ ਆ
ਖਬਰ ਹੀ ਨਹੀਂ ਲਿਆਂਦੀ ਅੱਗੇ ਪਰਲੋਕ ਜਾਣ ਦੀ ਕਿ ਅੱਗੇ ਜਾਣਾ ਹੈ, ਉੱਥੇ ਵੀ ਲੇਖਾ ਦੇਣਾ। ਉਹ ਕਹਿੰਦੇ ਰੱਬ ਦੇ ਕੋਈ ਹੈ ਹੀ ਨਹੀਂ। ਇਹ ਸਥਾਨ ਕੈਸੇ ਸੁਖ ਪਾਵਹਿ। ਮਹਾਰਾਜ ਮੈਨੂੰ ਤੇ ਸੰਸਾ ਹੋ ਗਿਆ ਵੀ ਉਹ ਜਿਹੜੇ ਭਜਨ ਸਿਮਰਨ ਪਾਤਸ਼ਾਹ ਲੋਕ ਬਿਲਕੁਲ ਨਹੀਂ ਕਰਦੇ। ਇਸ ਸਥਾਨ ਦੇ ਉੱਪਰ ਉਹ ਕਿਸ ਤਰ੍ਹਾਂ ਉਹ ਸੁਖ ਪਾਈ ਜਾ ਰਹੇ ਤੇ ਜਾਂ ਉਸ ਥਾਂ 'ਤੇ ਸੱਚਖੰਡ ਦਰਗਾਹ ਵਿੱਚ ਜਾ ਕੇ ਕਿਸ ਤਰ੍ਹਾਂ ਸੁਖ ਪਾਉਣਗੇ। ਉਹ ਕੋ ਬਿਦ ਹੋਤ ਅਗਾਰੀ ਜਾਵਹਿ। ਵੀ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੀ ਅੱਗੇ ਜਦੋਂ ਮਰ ਕੇ ਜਾਣ ਕੇ ਕੀ ਹੋਊਗਾ। ਜਿਵੇਂ ਇੱਥੇ ਸੁਖ ਮਾਣਦੇ ਐ ਕਿ ਉਹ ਉੱਥੇ ਵੀ ਸੁਖ ਮਾਣਨਗੇ। ਮਹਾਰਾਜ ਮੈਨੂੰ ਸੰਸਾ ਜਾ ਹੋ ਗਿਆ ਹੈ। ਹਿਰਦੈ ਸੰਦੇਹ ਭਏ ਮੁਝ ਦੋ। ਮੈਨੂੰ ਇਹ ਦੋ ਸੰਸੇ ਹੋ ਗਏ ਐ ਵੀ ਉਹ ਸਿਮਰਨ ਤੇ ਕੋਈ ਕਰਦੇ ਨਹੀਂ ਐ। ਇੱਥੇ ਮੌਜਾਂ ਮਾਣਦੇ ਘੁੰਮਦੇ ਫਿਰਦੇ ਮੌਜ ਮਸਤੀਆਂ ਆਨੰਦ ਭੋਗ ਕਰਦੇ ਐ ਤੇ ਇੱਥੇ ਵੀ ਸੁਖ ਪਾਈ ਜਾਂਦੇ ਐ। ਅੱਗੇ ਜਾ ਕੇ ਮਰ ਕੇ ਜਦੋਂ ਜਾਣਗੇ ਵੀ ਉਹ ਉੱਥੇ ਵੀ ਇਸ ਤਰ੍ਹਾਂ ਸੁਖ ਪਾਉਣਗੇ। ਇਹ ਸੰਸ਼ੇ ਮੈਨੂੰ ਦੋ ਹੋ ਗਏ, ਸਮਝਾਓ ਮਹਾਰਾਜ ਜੀ। ਉੱਤਰ ਦੇਹੋ ਦਇਆ ਨਿਦਸੋ। ਇਹ ਦਇਆ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ, ਇਹ ਦੋਵੇਂ ਉੱਤਰ ਮੈਨੂੰ ਦਿਓ ਜੀ। ਅਸ ਸੁਨ ਕਰ ਉਤਪਲ ਦਲ ਲੋਚਨ। ਐਸਾ ਗੋਪਾਲ ਪਾਂਧੇ ਦੇ ਆ ਬਚਨ ਸੁਣ ਕੇ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਨੇਤਰ ਅੱਜ ਜਿਵੇਂ ਕਵਲ ਫੁੱਲ ਦੀਆਂ ਚੌੜੀਆਂ ਪੱਤੀਆਂ ਹੁੰਦੀਆਂ, ਜਿਨ੍ਹਾਂ ਸਤਿਗੁਰਾਂ ਦੇ ਆ ਚੌੜੇ ਨੇਤਰ ਹਨ। ਉਚਰੇ ਬਚਨ ਰੁਚਰ ਦੁਖ ਮੋਚਨ। ਬੜੇ ਸੁੰਦਰ ਬਚਨ ਉਚਾਰੇ ਆ ਜੋ ਦੁੱਖਾਂ ਨੂੰ ਆ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ। ਜਗਤ ਪਦਾਰਥ ਹਿਤ ਬੈਰਾਗਾ। ਆ ਜਿਹੜੇ ਦੁਨੀਆ ਦੇ ਪਦਾਰਥ ਹੈ ਵਨ ਸਵੰਨੇ, ਜਿਨ੍ਹਾਂ ਨੂੰ ਵੇਖ ਕੇ ਬੰਦਾ ਲੰਪਟ ਹੋ ਜਾਂਦਾ, ਉਹਨਾਂ ਦਾ ਬੈਰਾਗ ਕਰਨ ਵਾਸਤੇ, ਉਹਨਾਂ ਦਾ ਤਿਆਗ ਕਰਨ ਵਾਸਤੇ, ਉਹਨਾਂ ਤੋਂ ਬੈਰਾਗੀ ਬਣਾਉਣ ਵਾਸਤੇ। ਤ੍ਰੇਤੀਏ ਸ਼ਬਦ ਪਦ ਲਖਤ ਸਭਾਗਾ। ਤ੍ਰਿਤੀਯ ਇਵੇਂ ਤੀਸਰਾ ਜਿਹੜਾ ਸ਼ਬਦ ਹੈ ਉਹਦਾ ਪਦਾ ਆ ਸ੍ਰੇਸ਼ਟ ਭਾਗਾਂ ਦੀ ਸਮਝ ਵਾਸਤੇ, ਸ੍ਰੇਸ਼ਟ ਭਾਗਾਂ ਦੇ ਜਾਣਨ ਵਾਸਤੇ ਗੁਰੂ ਸਾਹਿਬ ਜੀ ਨੇ ਫਿਰ ਉਚਾਰਿਆ ਹੈ। ਸ੍ਰੀ ਮੁਖਵਾਕ ਇੱਕ ਆਵਹਿ ਇੱਕ ਜਾਹੈ। ਉੱਠ ਦੇ ਵਿਸ਼ਰਾਮ ਲਾ। ਇੱਕ ਆਵਹਿ ਇੱਕ ਜਾਹੈ ਉੱਠ। ਮਹਾਰਾਜ ਕਹਿੰਦੇ ਗੋਪਾਲ ਪਾਂਧਾ ਜਿਹੜੇ ਇਹੋ ਜਿਹੇ ਲੋਕ ਹੈ ਨਾ, ਇਸ ਤਰ੍ਹਾਂ ਦੁਨੀਆ ਤੇ ਇੱਕ ਜਨਮ ਲੈ ਕੇ ਆਉਂਦੇ ਐ, ਇੱਕ ਆ ਜਨਮ ਲੈ ਕੇ ਉੱਠ ਕੇ ਚਲੇ ਜਾਂਦੇ ਮਰ ਖੱਬ ਕੇ। ਰੱਖੀਐ ਨਾਵ ਸਲਾਰ। ਉਹ ਪੁੰਨਾ ਕਰਕੇ ਜਿਹੜੇ ਪੁੰਨ ਕਮਾਏ ਹੁੰਦੇ ਐ, ਵਾਸ਼ਨਾ ਹੁੰਦੀ ਹੈ ਤਾਂ ਜਨਮ ਮਿਲਦਾ ਹੈ। ਜਦੋਂ ਜਨਮ ਮਿਲਦਾ ਹੈ ਤੇ ਉਹਨਾਂ ਦਾ ਨਾਮ ਆ ਸਿਪਰ ਸਲਾਰ ਜਾਂ ਸਰਦਾਰ ਸਾਹਿਬ ਜੀ ਹੈ, ਐਵੇਂ ਨਾਮ ਰੱਖਿਆ ਜਾਂਦਾ ਹੈ। ਇੱਕ ਉਪਾਏ ਮੰਗਤੇ। ਇੱਕ ਜਿਹੜੇ ਜਿਨ੍ਹਾਂ ਕੋਈ ਕਰਮ ਪੁੰਨ ਨਹੀਂ ਕੀਤੇ ਤੇ ਉਹਨਾਂ ਨੂੰ ਪਰਮੇਸ਼ਰ ਮੰਗਤੇ ਬਣ ਕੇ ਪੈਦਾ ਕਰ ਦਿੰਦਾ ਹੈ। ਇੱਕ ਨਾ ਵੱਡੇ ਦਰਬਾਰ। ਇੱਕ ਨਾ ਨੂੰ ਆ ਮੰਗਤੇ ਬਣਾ ਕੇ ਪੈਦਾ ਕਰ ਦਿੰਦਾ ਹੈ। ਇੱਕ ਜਿਨ੍ਹਾਂ ਪੁੰਨ ਕਰਮ ਕਮਾਏ ਹੁੰਦੇ ਆ ਉਹਨਾਂ ਦੇ ਸਭਾ ਵਿੱਚ ਵੱਡੇ ਵੱਡੇ ਦਰਬਾਰ, ਵੱਡੀਆਂ ਵੱਡੀਆਂ ਸਭਾਵਾਂ ਲੱਗਦੀਆਂ ਹੈ। ਅੱਗਾ ਗਿਆ ਜਾਣੀਐ। ਗੋਪਾਲ ਪਾਂਧੇ ਅੱਗੇ ਜਦੋਂ ਪਰਮੇਸ਼ਰ ਦੇ ਘਰ ਜੀਵ ਜਾਏਗਾ ਉੱਥੇ ਗਿਆ ਜਾਣਿਆ ਜਾਵੇਗਾ। ਬਿਨ ਨਾਵੈ ਵੇਕਾਰ। ਉੱਥੇ ਗਿਆ ਜਾਣਿਆ ਜਾਵੇਗਾ। ਇਹ ਸਰਦਾਰ ਸਾਹਿਬ ਜੀ ਹੈ ਕਿ ਜਾਂ ਇਹ ਕੰਗਾਲ ਹੈ ਜਾਂ ਇਹ ਮਾੜਾ ਹੈ, ਕੀ ਹੈ? ਆ ਬਿਨ ਨਾਵੇ ਵੇਕਾਰ, ਨਾਮ ਤੋਂ ਬਿਨਾਂ ਸਾਰੇ ਉੱਥੇ ਵਿਕਾਰ ਜਾਣੇ ਜਾਣਗੇ। ਆ ਜਿਹੜੇ ਵਿਕਾਰਾਂ ਵਿੱਚ ਫਸੇ ਹੋਏ ਆ ਤੇ ਨਾਮ ਤੋਂ ਬਿਨਾਂ ਉੱਥੇ ਉਹ ਫਸ ਜਾਣਗੇ। ਉੱਥੇ ਉਹਨਾਂ ਨੂੰ ਮੂੰਹ ਦੀ ਮਾਰ ਪਵੇਗੀ ਸੱਚੀ ਦਰਗਾਹ ਵਿੱਚ। ਦੋਹਰਾ ਤਪ ਕੀਏ ਜਿਨਹਿ ਸਬਾਸ਼ਨਾ। ਗੋਪਾਲ ਪਾਂਧੇ ਜਿਨ੍ਹਾਂ ਨੇ ਆ ਇੱਛਾ ਦੇ ਸਹਿਤ ਹੋ ਕੇ, ਵਾਸ਼ਨਾ ਸਹਿਤ ਹੋ ਕੇ ਤਪ ਕੀਤਾ ਹੈ। ਜਨਮ ਅਨੰਤ ਤਰਸੋਏ। ਉਹ ਉਹਨਾਂ ਦੀ ਇੱਛਾ ਸੀ ਕਿ ਮਹਾਰਾਜ ਸਾਡਾ ਚੰਗਾ ਘਰ ਹੋਵੇ, ਅਸੀਂ ਵੀ ਆ ਮੌਜਾਂ ਮਾਣੀਏ, ਜਿਹਦੇ ਕਰਕੇ ਉਹ ਵਾਸ਼ਨਾ ਦੇ ਸਹਿਤ ਹੋ ਕੇ ਆ ਗੁਰੂ ਦੀ ਸੇਵਾ ਭਗਤੀ ਤਪ ਕੀਤਾ ਹੋਇਆ ਸੀ
ਤਾਂ ਉਹ ਫਿਰ ਦੂਸਰਾ ਹੋਰ ਜਨਮ ਧਾਰ ਕੇ ਪਾਏ ਰਾਜ ਜਗ ਬਿਖੈ। ਉਹ ਜਗਤ ਦੇ ਵਿੱਚ ਫਿਰ ਆ ਰਾਜ ਪਾਉਂਦੇ ਐ, ਰਾਜ ਪਾ ਕੇ ਜਗਤ ਵਿੱਚ ਉਹ ਪੈਦਾ ਹੁੰਦੇ ਐ। ਫਸ ਨਰਕ ਗਮਨ ਪੁਨ ਹੋਏ। ਪਾਏ ਰਾਜ ਜਗ ਬਿਖੈ ਫਸ। ਇਵੇਂ ਉਹ ਜਨਮ ਹੋਰ ਲੈ ਕੇ ਤੇ ਰਾਜ ਪਾਉਂਦੇ ਐ। ਜਗਤ ਦੇ ਜਿਹੜੇ ਵਿਸ਼ੇ ਐ ਫਿਰ ਉਹਨਾਂ ਵਿੱਚ ਹੀ ਫਸ ਜਾਂਦੇ ਐ। ਨਰਕ ਗਮਨ ਪੁਨ ਹੋਏ। ਉਹ ਜਦੋਂ ਵਿਸ਼ਿਆਂ 'ਚ ਫਸ ਜਾਂਦੇ ਆ, ਭਗਤੀ ਕਰਦੇ ਕੋਈ ਨਹੀਂ ਹੈ, ਬਦਮਾਸ਼ੀਆਂ ਕਰਦੇ ਆ, ਤੇ ਨਰਕ ਵਿੱਚ ਫਿਰ ਉਹਨਾਂ ਦਾ ਜਾਣਾ ਹੁੰਦਾ ਹੈ ਇਹਨਾਂ ਕੰਮਾਂ ਕਰਕੇ। ਚੌਪਈ ਪਾਤਸ਼ਾਹ ਰੱਖੀ ਹੈ ਇੱਕ ਨਾਮ। ਇੱਕ ਨਾਂ ਦਾ ਪੁੰਨਾ ਕਰਕੇ ਪਰਮੇਸ਼ਰ ਨੇ ਆ ਪਾਤਸ਼ਾਹ ਨਾਮ ਰਖਵਾਇਆ ਹੈ। ਭਾਵ ਉਹਨਾਂ ਪੁੰਨ ਕੀਤੇ ਜਨਮ ਮਿਲਿਆ, ਲੋਕ ਉਹਨਾਂ ਨੂੰ ਪਾਤਸ਼ਾਹ ਬਾਦਸ਼ਾਹ ਸਰਦਾਰ ਸਾਹਿਬ ਜੀ ਕਹਿੰਦੇ ਐ। ਇੱਕ ਜਾਚਕ ਜਾਚਹਿ ਤਿਨ ਤਾਮ। ਇਕਣਾ ਨੂੰ ਜਿਨ੍ਹਾਂ ਨੇ ਕੋਈ ਪੁੰਨ ਕਰਮ ਨਹੀਂ ਕਮਾਏ, ਮੰਗਤੇ ਬਣਾਇਆ ਹੋਇਆ, ਉਹ ਮੰਗਤੇ ਬਣ ਕੇ ਉਹਨਾਂ ਪਾਤਸ਼ਾਹ ਲੋਕਾਂ ਦੇ ਘਰਾਂ ਵਿੱਚੋਂ ਮੰਗਦੇ ਐ ਹੱਥ ਟੱਡ ਟੱਡ ਕੇ। ਕਿੰਚਤ ਦਿਨ ਕੇ ਇਹਾਂ ਬਿਲਾਸਾ। ਗੋਪਾਲ ਪਾਂਦੇ ਇਹ ਜਿਹੜਾ ਉਹਨਾਂ ਪਾਤਸ਼ਾਹ ਲੋਕਾਂ ਦੇ ਬਿਲਾਸ ਆਨੰਦ ਹੈ ਨਾ, ਇਹਦੇ ਕੋਈ ਥੋੜੇ ਦਿਨਾਂ ਦੇ ਹੀ ਹੈ। ਫਸਿਓ ਮੰਦ ਬਿਸਰਿਓ ਜਮ ਤਰਾਸਾ। ਉਹਨਾਂ ਭੈੜੀ ਮੱਤ ਵਾਲਿਆਂ ਨੂੰ ਜਿਹੜਾ ਜਮ ਦਾ ਡਰ ਮੁੱਕ ਗਿਆ, ਤਾਂ ਹੀ ਉਹ ਇੱਥੇ ਆ ਕੇ ਹੈਂਕੜ ਬਾਜ਼ੀਆਂ ਹੁਜਤ ਬਾਜ਼ੀਆਂ ਕਰਦੇ ਐ। ਆਗੇ ਗਏ ਹਿਰਦੇ ਤਬ ਜਾਣੈ। ਜਿਸ ਵਕਤ ਉਹ ਇੱਥੋਂ ਦੁਨੀਆ ਤੋਂ ਹੱਥ ਝਾੜ ਕੇ ਜਾਣਗੇ, ਮਰ ਖੱਬ ਕੇ ਜਾਣਗੇ, ਤਦੋਂ ਹਿਰਦੇ ਵਿੱਚ ਇਵੇਂ ਜਾਣਨਗੇ। ਮੀਜ ਪਾਨ ਸਿਰ ਧੁਨ ਪਛਤਾਨੈ। ਹੱਥਾਂ ਨੂੰ ਮਾਲਣਗੇ, ਸਿਰ ਨੂੰ ਉਹ ਫੇਰਨਗੇ, ਬੜਾ ਪਛਤਾਵਾ ਕਰਨਗੇ। ਮਹਿਮਾ ਨਾਮ ਭਜਨ ਕੀਜੋ। ਕਿ ਜੋ ਵਾਹਿਗੁਰੂ ਦੇ ਸਿਮਰਨ ਨਾਮ ਭਜਨ ਦੀ ਮਹਿਮਾ ਸੀ, ਉਹ ਤੇ ਕੋਈ ਉਹਨਾਂ ਨੇ ਜਾਣੀ ਨਹੀਂ ਹੁੰਦੀ ਇੱਥੇ ਧਰਤੀ ਉੱਤੇ ਰਹਿੰਦਿਆਂ। ਤਬ ਚਿਤਵਤ ਨਿਤ ਵਿਸਰਿਓ ਸੋ। ਜੋ ਨਾਮ ਭਜਨ ਦੀ ਮਹਿਮਾ ਵਡਿਆਈ ਸੀ, ਇੱਥੇ ਉਹਨਾਂ ਨੂੰ ਹਮੇਸ਼ਾ ਵਿਸਰੀ ਰਹੀ। ਉੱਥੇ ਚੇਤੇ ਕਰਨਗੇ ਜਿਸ ਵਕਤ ਉਹ ਰੱਬ ਦੇ ਪਿਆਰੇ ਸਿਮਰਨ ਵਾਲਿਆਂ ਦੀ ਸੇਵਾ ਹੋਵੇਗੀ, ਉਹਨਾਂ ਨੂੰ ਸਹੂਲਤਾਂ ਮਿਲਣਗੀਆਂ ਤੇ ਇਹਨਾਂ ਦੀ ਜੁੱਤੀਆਂ ਪੈਣਗੀਆਂ, ਤੇ ਫਿਰ ਇਹ ਉੱਥੇ ਚਿਤਵਣੀ ਕਰਨਗੇ, ਸੋਚਣਗੇ ਵੀ ਅਸਾਂ ਨੇ ਕਿਉਂ ਨਹੀਂ ਉਹ ਪਰਮੇਸ਼ਰ ਦਾ ਨਾਮ ਜਪਿਆ। ਅਨਕ ਤਾਰਨਾ ਤਾਰਨ ਕਰਹੀ। ਇਹ ਗੋਪਾਲ ਪਾਂਦੇ ਉਹ ਪਰ ਜਿਹੜੀ ਸੱਚੀ ਦਰਗਾਹ ਹੈ ਨਾ, ਉੱਥੇ ਨੇਕਾਂ ਜਿਹੜੀਆਂ ਤਾੜਨਾ ਸਾਸਨਾ ਹੈ ਉਹ ਜਮ ਕਰਦਾ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਭਗਤ ਮਹਾਰਾਜ ਕਹਿੰਦੇ ਜਮ ਦਾ ਜਿਹੜੀ ਮਾਰ ਹੈ ਬੜੀ ਬੁਰੀ, ਉਹ ਨਹੀਂ ਸਹੀ ਜਾਂਦੀ। ਇੱਥੇ ਬੰਦੇ ਦਾ ਜਿਹੜਾ ਡਾਂਗ ਸੋਟਾ ਮਾਰਿਆ ਤੇ ਬੰਦਾ ਥੋੜ੍ਹੇ ਚਿਰ ਬਾਅਦ ਝੱਲ ਲੈਂਦਾ ਹੈ, ਉੱਥੇ ਨਹੀਂ ਝੱਲਿਆ ਜਾਂਦਾ। ਮਹਾਰਾਜ ਕਹਿੰਦੇ ਗੋਪਾਲ ਪਾਂਦੇ ਉੱਥੇ ਨੇਕਾਂ ਤਰ੍ਹਾਂ ਦੀਆਂ ਤਾੜਨਾ ਸਾਸਨਾ ਹੁੰਦੀਆਂ ਇਹ ਜੀਵ ਨੂੰ। ਗਰ ਮਹਿ ਗੁਰੂਏ ਸੰਗਤ ਪਰਹੀ। ਅਨੇਕਾਂ ਤਾੜਨਾ ਸਾਸਨਾ ਉਹ ਜਮ ਤਾੜਨਾ ਕਰਦੇ ਐ। ਗਰ ਮਹਿ ਗਰੂਏ, ਆ ਗਲ ਦੇ ਵਿੱਚ ਆ ਸੰਗਲ ਪਾਏ ਜਾਂਦੇ ਐ। ਗਲ ਸੰਗਲ ਘੱਤ ਚਲਾਇਆ, ਮੈਂ ਧੂਈ ਫਿਰਦੇ ਉਹ ਸੱਚੀ ਦਰਗਾਹ ਵਿੱਚ ਇਹੋ ਜਿਹੇ ਪਾਤਸ਼ਾਹ ਲੋਕਾਂ ਨੂੰ। ਤਪਤ ਥੰਮ ਸੋ ਐਂਚ ਲਗਾਵੈ। ਉਹ ਤੱਤੇ ਥੰਮ ਨੂੰ ਨਾਲ ਇਵੇਂ ਉਹ ਜਫੀਆਂ ਪਵਾਉਂਦੇ, ਜੀਵ ਪਿੱਛੇ ਹਟਦਾ, ਉਹ ਖਿੱਚ ਖਿੱਚ ਨਾਲ ਥੰਮ ਦੇ ਲਾਉਂਦੇ ਆ। ਫਿਰ ਤੇਲ ਕੜਾਹਾ ਤਪਤ ਮਹਿ ਪਾਵੈ। ਤੇਲ ਦੇ ਕੜਾਏ ਨੂੰ ਚੰਗੀ ਤਰ੍ਹਾਂ ਤਪਾ ਕੇ ਉਹ ਤੱਤੇ ਤੱਤੇ ਤੇਲ ਦੇ ਵਿੱਚ ਇਹੋ ਜਿਹੇ ਬਦਮਾਸ਼ਾਂ ਲੋਕਾਂ ਨੂੰ ਪਾਉਂਦੇ ਐ। ਧਰਮ ਰਾਜੇ ਦੇ ਜਮ। ਦੋਹਰਾ ਲੋਹਾ ਖੰਡ ਕਰ ਅਗਨ ਵਤ। ਫਿਰ ਜਿਹੜਾ ਲੋਹਾ ਹੈ ਉਹਨੂੰ ਟੋਟੇ ਟੋਟੇ ਕਰਕੇ ਆ ਮਨੂਰ ਬੂਰਾ ਜਾ ਬਣਾ ਕੇ ਤੇ ਉਸ ਨੂੰ ਅਗਨੀ ਅੱਗ ਵਾਂਗ ਆ ਕਰਕੇ ਮੁਖ ਪਾਵਹਿ ਕਰ ਮਾਰ। ਮੁਖ ਵਿੱਚ ਉਹ ਪਾਉਂਦੇ ਐ, ਮਾਰਾਂ ਕਰਦੇ ਐ। ਇਹ ਜੀਵ ਕਹਿੰਦਾ ਮੈਂ ਮੂੰਹ 'ਚ ਪਾਉਣਾ ਕੋਈ ਨਹੀਂ ਹੈ, ਉਹ ਧੱਕੇ ਨਾਲ ਮੂੰਹ 'ਚ
ਉਹ ਜਿਹੜਾ ਲੋਹੇ ਦਾ ਮਨੂਰ ਬੂਰਾ ਪਾਉਂਦੇ ਐ। ਦਾਰਨ ਦੁਖਿਤ ਪੁਕਾਰਹੀ। ਤੇ ਇਹ ਜਿਹੜਾ ਜੀਵ ਭਿਆਨਕ ਦੁੱਖ ਦੇ ਨਾਲ ਉਸ ਦਰਗਾਹ ਦੇ ਵਿੱਚ ਪੁਕਾਰਾਂ ਕਰਦਾ, ਚੀਕਾਂ ਮਾਰਦਾ, ਫਿਰ ਕੋਏ ਨਾ ਸੁਨਹਿ ਪੁਕਾਰ। ਉੱਥੇ ਕੋਈ ਪੁਕਾਰ ਨਹੀਂ ਸੁਣਦਾ ਹੈ, ਕਿਉਂਕਿ ਸਤਿਗੁਰ ਬਾਜਨਾ ਬੇਲੀ ਕੋਈ, ਇੱਥੇ ਉੱਥੇ ਰਾਖਾ ਪ੍ਰਭ ਸੋਈ। ਗੁਰੂ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਕੋਈ ਬੇਲੀ ਨਹੀਂ ਹੈ। ਇਹ ਫਿਰ ਪਾਤਸ਼ਾਹ ਲੋਕਾਂ ਨੂੰ, ਅਤੜੇ ਲੋਕਾਂ ਨੂੰ ਉੱਥੇ ਮਾਰਾਂ ਪੈਂਦੀਆਂ, ਮੂੰਹ ਦੇ ਵਿੱਚ ਆ ਲੋਹੇ ਦਾ ਬੂਰ ਪਾਇਆ ਜਾਂਦਾ ਹੈ, ਕਹਿੰਦਾ ਮੈਂ ਪਾਉਣਾ ਨਹੀਂ ਹੈ। ਉਹ ਧੱਕੇ ਨਾਲ ਪਾਉਂਦੇ ਹੈ, ਪਿਛਾਂ ਹਟਦਾ ਉਹ ਥੰਮ ਨਾਲ ਲਾਉਂਦੇ ਹੈ, ਪੁਕਾਰਾਂ ਕਰਦਾ ਮੈਨੂੰ ਕੋਈ ਛਡਾਵੇ। ਇੱਥੇ ਹੁਣ ਰਹਿੰਦਿਆਂ ਹੋਇਆਂ ਮਾਤ ਲੋਕ ਤੇ ਕਦੇ ਗੁਰੂ ਦੀ ਕਥਾ ਨਹੀਂ ਸੁਣੀ, ਗੁਰੂ ਦਾ ਕਦੇ ਨਾਮ ਨਹੀਂ ਪੜ੍ਹਿਆ, ਕਦੇ ਸੁਣਿਆ, ਕਦੇ ਧਿਆਨ ਨਹੀਂ ਕੀਤਾ। ਉੱਥੇ ਜਦੋਂ ਮਾਰ ਪੈਂਦੀ ਹੈ, ਚੀਕਾਂ ਮਾਰਦੇ ਹੈ, ਫਿਰ ਨਾਮ ਤੋਂ ਬਿਨਾਂ ਭਾਈ ਕਿਹੜਾ ਸਹਾਈ ਹੋਵੇ। ਆ ਪੁਕਾਰਾਂ ਹੀ ਕਰਦੇ ਰਹਿ ਜਾਂਦੇ ਇਹੋ ਜਿਹੇ ਲੋਕ। ਚੌਪਈ ਇਤਿਆਦਿਕ ਦੁਖ ਨਰਕ ਅਨੇਕਾ। ਗੋਪਾਲ ਪਾਂਦੇ ਇਤਿਆਦਿਕ ਆ ਧਰਮ ਗ੍ਰੰਥਾਂ ਵਿੱਚ ਤੇ ਹੋਰ ਅਨੇਕਾਂ ਤਰ੍ਹਾਂ ਦੇ ਦੁੱਖ ਜੀਵ ਭੋਗਦਾ ਹੈ। ਪਾਵਹਿ ਨਾਮ ਹੀਨ ਅਵੇਕਾ। ਆ ਜਿਹੜੇ ਅਗਿਆਨੀ ਲੋਕ ਨਾਮ ਤੋਂ ਹੀਣੇ ਅਨੇਕਾਂ ਤਰ੍ਹਾਂ ਦੇ ਦੁੱਖ ਨਰਕ ਦੇ ਵਿੱਚ ਪਾਉਂਦੇ। ਜਿਹੜੇ ਇੱਥੇ ਕਹਿੰਦੇ ਨਾ ਕਿ ਨਰਕ ਕੋਈ ਨਹੀਂ ਹੈਗਾ, ਉਹ ਜੇ ਹੁਣ ਇੱਥੇ ਸੁਣਦੇ ਹੋਣ ਤਾਂ ਉਹਨਾਂ ਨੇ ਕੰਨ ਖੋਲ੍ਹ ਕੇ ਸੁਣ ਲੈਣਾ ਚਾਹੀਦਾ। ਸਗੋਂ ਜਿਹੜੇ ਕਹਿੰਦੇ ਵੀ ਨਰਕ ਸਵਰਗ ਕੋਈ ਨਹੀਂ ਹੈਗਾ, ਜ਼ਿੰਦਗੀ ਇੱਥੇ ਹੀ ਹੈ, ਇੱਥੇ ਹੀ ਇਹ ਨਰਕ ਹੈ, ਇੱਥੇ ਹੀ ਸਵਰਗ ਹੈ। ਗੁਰੂ ਮਹਾਰਾਜ ਨੂੰ ਲੋਕ ਵੱਡੇ ਹੋਏ ਪਏ, ਲੋਕਾਂ ਨੂੰ ਕੌਣ ਸਮਝਾਵੇ। ਇੱਥੇ ਜਿਹੜੀ ਜ਼ਿੰਦਗੀ ਬਿਤਾ ਲਈ, ਇੱਥੇ ਸਭ ਕੁਝ ਭੋਗਣਾ ਪੈਂਦਾ ਹੈ। ਇੱਥੇ ਹੁਣ ਗੁਰੂ ਨਾਨਕ ਸਾਹਿਬ ਜੀ ਗੋਪਾਲ ਪਾਂਧੇ ਨੂੰ ਸ਼ਬਦ ਦੇ ਰੂਪ ਵਿੱਚ ਹੀ ਸਿੱਖਿਆ ਦੇ ਰਹੇ ਹੈ। ਤੇ ਇਹਦਾ ਮਤਲਬ ਇਹੋ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਨਰਕ ਸਵਰਗ ਦਾ ਨਹੀਂ ਪਤਾ, ਸਾਨੂੰ ਜ਼ਿਆਦਾ ਪਤਾ ਹੈ। ਆ ਕਈ ਜਿਹੜੇ ਬਹੁਤੇ ਵਿਦਵਾਨ ਹੈ, ਆਪਣੇ ਆਪ 'ਚ ਗਿਆਨੀਆਂ ਕੀਤੀਆਂ ਹੋਈਆਂ, ਉਹਨਾਂ ਨੇ ਕਿਤਾਬਾਂ ਲਿਖੀਆਂ ਹੋਈਆਂ। ਨਰਕ ਸਵਰਗ ਨਹੀਂ ਜੀ ਕੋਈ ਹੈਗਾ, ਕੋਈ ਧਰਮ ਰਾਜਾ ਨਹੀਂ ਹੈਗਾ, ਕੋਈ ਚਿੱਤਰਗੁਪਤ ਨਹੀਂ ਹੈਗਾ, ਇਵੇਂ ਉਹਨਾਂ ਬੜੀਆਂ ਗੱਲਾਂ ਲਿਖੀਆਂ ਹੋਈਆਂ। ਤੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਸ਼ੰਕੇ ਕਰ ਲੈਂਦੇ ਲੋਕ। ਜਿਹੜਾ ਤੇ ਭਾਈ ਸਿੱਖ ਦਾ ਪੁੱਤ ਹੈ, ਉਹ ਗੁਰੂ ਸਾਹਿਬ ਦੀ ਬਾਣੀ ਤੇ ਗੁਰੂ ਤੇ ਕਦੀ ਸ਼ੰਕਾ ਨਹੀਂ ਕਰਦਾ ਹੈ, ਗੁਰੂ ਦੇ ਇਤਿਹਾਸ ਤੇ ਕਦੀ ਸ਼ੰਕਾ ਨਹੀਂ ਕਰਦਾ ਹੈ। ਬਾਕੀ ਜਿਹੜਾ ਕੋਈ ਐਵੇਂ ਨਾਮ ਦਾ ਹੀ ਸਿੱਖ ਹੈ, ਰੌਲੇ ਰੱਪੇ ਦਾ, ਉਹਦਾ ਤੇ ਇਹੋ ਜਿਹਾ ਹਾਲ ਹੀ ਹੈ। ਮਹਾਰਾਜ ਨੇ ਵੇਖੋ ਇੱਥੇ ਗੋਪਾਲ ਪਾਂਧੇ ਨੂੰ ਕਿਵੇਂ ਸਿੱਖਿਆ ਦੇ ਰਹੇ ਹੈ। ਉਹ ਜਿਹੜੇ ਇਹੋ ਜਿਹੇ ਜੀਵ ਹੈ, ਇਤਿਆਦਿਕ ਬਹੁਤ ਮਹਾਰਾਜ ਕਹਿੰਦੇ ਸੰਖੇਪ ਵਿੱਚ ਇੱਥੇ ਦੱਸਿਆ ਹੈ। ਉਹ ਜੀਵ ਅਨੇਕਾਂ ਤਰ੍ਹਾਂ ਦੇ ਨਰਕ ਵਿੱਚ ਦੁੱਖ ਪਾਉਂਦੇ, ਜਿਹੜੇ ਅਗਿਆਨੀ ਲੋਕ ਆ ਨਾਮ ਤੋਂ ਹੀਣੇ ਐ। ਕਰਤ ਵਿਕਾਰਨ ਬੈਸ ਬਿਤਾਈ। ਕਿਉਂਕਿ ਉਹਨਾਂ ਨੇ ਵਿਕਾਰਾਂ ਨੂੰ ਕਰਦਿਆਂ ਕਰਦਿਆਂ ਹੀ ਆਪਣੀ ਸਾਰੀ ਉਮਰ ਆ ਗਾਲ ਦਿੱਤੀ, ਬਿਤਾ ਦਿੱਤੀ ਇੱਥੇ ਐਵੇਂ ਮਾੜੇ ਕੰਮਾਂ ਵਿੱਚ ਹੀ। ਕਬਹੁ ਨਾ ਸਿਮਰਨ ਮਹਿ ਲਿਵ ਲਾਈ। ਉਹ ਕਦੀ ਸਿਮਰਨ ਦੇ ਵਿੱਚ ਉਹਨਾਂ ਲੇਵੀ ਨਹੀਂ ਲਾਈ। ਜੇ ਕਹੋ ਤੇ ਕਹਿੰਦੇ ਤੁਸੀਂ ਜਪੋ, ਅਸੀਂ ਆਪਣਾ ਆਪੇ ਵੇਖਾਂਗੇ। ਆ ਪਰਮੇਸ਼ਰ ਦੇ ਸਿਮਰਨ ਵਿੱਚ ਉਹਨਾਂ ਕਦੀ ਲੇਵੀ ਨਹੀਂ ਲਾਈ। ਲਿਵ ਲਾਉਣੀ ਤੇ ਬੜੀ ਦੂਰ ਦੀ ਗੱਲ, ਕਦੇ ਕੰਨਾਂ ਕਰਕੇ ਵੀ ਨਹੀਂ ਸੁਣਿਆ ਉਹਨਾਂ ਨੇ। ਇਹੋ ਜਿਹੀਆਂ ਰੂਹਾਂ ਵਸਦੀਆਂ ਦੁਨੀਆ 'ਤੇ, ਉਸ ਪਰਮੇਸ਼ਰ ਦਾ ਦਿੱਤਾ ਖਾਈ ਜਾਂਦੇ ਐ, ਆ ਭਰੀ ਜਾਂਦੇ ਪੇਟ, ਪਰ ਗੁਰੂ ਨੂੰ ਕਿਤੇ ਜਾਣਦੇ ਨਹੀਂ ਵੀ ਗੁਰੂ ਵਸਦਾ ਹੈ। ਮਹਾਰਾਜ ਕਹਿੰਦੇ ਗੋਪਾਲ ਪਾਂਧੇ ਜਿਨ੍ਹਾਂ ਲੋਕਾਂ ਨੇ ਸਿਮਰਨ ਵਿੱਚ ਕਦੀ ਲਿਵ ਨਹੀਂ ਨਾ ਲਾਈ, ਉਹਨਾਂ ਨੂੰ ਦੁੱਖ ਮਿਲਦੇ ਆ ਉੱਥੇ। ਜਿਉ ਤਸ ਕਰ ਕੋ ਤਰਾਸਤ ਵੇਰੀ। ਆ ਜਿਸ ਤਰ੍ਹਾਂ ਆ ਚੋਰ ਜਿਹੜਾ ਹੈ ਉਹਨੂੰ ਮਾਰ ਪੈਂਦੀ ਹੈ, ਸਜ਼ਾ ਹੁੰਦੀ ਹੈ, ਤੇ ਉਸ ਵੇਲੇ ਕੋ ਨਾ ਸ਼ਰਾਵ ਹੈ ਅਵਗੁਣ ਹੇਰੀ। ਉਹਦਾ ਇਹ ਵੀ ਇਹਨੇ ਚੋਰੀ ਕੀਤੀ, ਇਹਦਾ ਔਗਣ ਵੇਖ ਕੇ ਕੋਈ ਨਹੀਂ ਛਡਾਉਂਦਾ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉ ਹੋਏ। ਲੋਕ ਕਹਿੰਦੇ ਨੇ ਕਰਤੂਤ ਕੀਤੀ ਕਾਹਦੀ ਗੱਲੋਂ, ਜੇ ਹੁਣ ਮਾਰੀ ਪੈਣੀ ਹੋਰ ਕੀ ਹੋਣਾ ਹੈ। ਉਹਦੀ ਕਰਤੂਤਾਂ ਵੇਖ ਕੇ, ਔਗਣ ਵੇਖ ਕੇ ਕੋਈ ਨਹੀਂ ਛਡਾਉਂਦਾ। ਤਿਉ ਯਮ ਕੈ ਟਿਗ ਗਹਿਓ ਕੇਲਾ। ਇਹੋ ਜਿਹੇ ਜਿਹੜੇ ਪਾਤਸ਼ਾਹ ਲੋਕ ਹੈ, ਐਸ਼ ਪ੍ਰਸਤੀਆਂ ਕਰਦੇ, ਵੱਡੇ ਵੱਡੇ ਲੋਕ ਆਪਣੇ ਆਪ ਨੂੰ ਮੰਨਣ ਵਾਲੇ, ਗੋਪਾਲ ਪਾਂਧੇ ਉਹ ਜੰਮ ਦੇ ਕੋਲ ਇਕੱਲਾ ਹੀ ਫੜਿਆ ਜਾਂਦਾ। ਇਹੋ ਜਿਹਾ ਬਾਦਸ਼ਾਹ ਅਨਕ
ਜਾਤ ਨਾ ਮਹਿ ਦੁਹੇਲਾ। ਤੇ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਸਜ਼ਾਵਾਂ ਦੇ ਨਾਲ ਇਹ ਬੜਾ ਔਖਾ ਹੁੰਦਾ ਜੀਵ। ਦੋਹਰਾ ਸੁਤ ਬਣਤਾ ਤਿਕ ਰਾਜ ਸੁਖ। ਜਿਹੜਾ ਪੁੱਤਰ ਹੈ, ਇਸਤਰੀ ਹੈ, ਆ ਸਕੇ ਸੰਬੰਧੀ ਹੈ, ਤੇ ਇਹ ਜਿਹੜਾ ਰਾਜ ਸੁਖ ਹੈ। ਸਭ ਹੈ ਪਦਾਰਥ ਪਾਸ। ਆ ਜਿਨ੍ਹਾਂ ਦੇ ਪਾਸ ਸਾਰੇ ਇਹ ਤਰ੍ਹਾਂ ਤਰ੍ਹਾਂ ਦੇ ਘਰ ਵਿੱਚ ਚੀਜ਼ਾਂ ਪਦਾਰਥ ਹੈ ਕੋਲ। ਬੈਸ ਬਿਹਾਵ ਹੈ ਨਾਮ ਬਿਨਾ। ਇਹ ਉਹ ਉਮਰ ਆਪਣੀਆਂ ਨਾਮ ਤੋਂ ਬਿਨਾਂ ਇਹਨਾਂ ਚੀਜ਼ਾਂ ਵਿੱਚ ਲੱਗ ਕੇ ਲੋਕ ਗਵਾ ਦਿੰਦੇ ਐ। ਮਾਇਆ ਨਾ ਪ੍ਰਭ ਕੀ ਤਾਸ। ਦੋਹਰੇ ਵਿੱਚ ਗੁਰੂ ਜੀ ਕਹਿ ਰਹੇ ਭਾਈ ਜਿਨ੍ਹਾਂ ਕੋ ਆ ਪੁੱਤਰ ਹੈ, ਇਸਤਰੀ ਹੈ, ਸਕੇ ਸੰਬੰਧੀ ਹੈ, ਆ ਘਰ ਆ ਰਾਜ ਦਾ ਸੁੱਖ, ਅਹੁਦੇ ਦਾ ਸੁੱਖ ਹੈ, ਸਭ ਤਰ੍ਹਾਂ ਦੇ ਜਿਨ੍ਹਾਂ ਕੋਲ ਪਦਾਰਥ ਹੈ ਗੋਪਾਲ ਪਾਉਂਦੇ, ਉਹਨਾਂ ਦੀ ਉਮਰ ਨਾਮ ਤੋਂ ਬਿਨਾਂ ਬੀਤ ਜਾਂਦੀ ਹੈ। ਮਾਇਆ ਨਾ ਪ੍ਰਭ ਕੀ ਤਾਸ। ਉਹਨਾਂ ਲੋਕਾਂ ਦੇ ਪਰਮੇਸ਼ਰ ਦੀ ਇਹ ਮਾਇਆ ਮੇਰ ਨਹੀਂ ਹੁੰਦੀ ਕਿ ਕਿਰਪਾ ਹੈ, ਸਗੋਂ ਨਾਰਾਜ਼ਗੀ ਹੀ ਹੈ। ਪਾਂਦੇ ਸੁਣ ਸ਼ਰੋਨਨ ਬਿਖੈ। ਭਾਵ ਇੰਨੀਆਂ ਚੀਜ਼ਾਂ ਦੇ ਮਾਲਕ ਹੈ ਤੇ ਨਾਮ ਤੋਂ ਬਿਨਾਂ ਤੇ ਫਿਰ ਉਮਰ ਐਵੇਂ ਲੰਘਾ ਦਿੰਦੇ, ਨਾਮ ਫਿਰ ਨਹੀਂ ਜਪਦੇ, ਇੰਨਾ ਕੁਝ ਪਾ ਕੇ ਵੀ ਤੇ ਉਹਨਾਂ ਤੇ ਪਰਮੇਸ਼ਰ ਦੀ ਕੋਈ ਕਿਰਪਾ ਨਹੀਂ, ਸਗੋਂ ਨਾਰਾਜ਼ਗੀ ਹੀ ਹੈ। ਪਾਂਦੇ ਸੁਣ ਗੋਪਾਲ ਪਾਂਦੇ ਨੇ ਸੁਣ ਕੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਐਸੇ ਮਹਾਨ ਬਚਨ ਆਪਣੇ ਕੰਨਾਂ ਵਿੱਚ। ਚਮਕੀ ਚੌਂਪ ਪਾਰ। ਬਹੁਤ ਜਿਹੜੀ ਇੱਛਾ ਹੈ ਸਗੋਂ ਹੋਰ ਜਾਗੀ ਹੈ। ਗੁਰ ਗੁਰ ਬਚ ਅੰਕੁਸ਼ ਨਾਗ ਮਨ। ਇਹ ਗੁਰੂ ਦੇ ਜਿਹੜੇ ਬਚਨ ਹੈ ਉਹ ਤੇ ਅੰਕੁਸ਼ ਕੁੰਡੇ ਦੀ ਨਿਆਈ ਹੈ। ਹਾਥੀ ਜਿਹੜਾ ਹੈ ਉਹ ਜਿਹੜਾ ਮਨ ਹੈ ਉਹ ਹਾਥੀ ਦੀ ਨਿਆਈ ਜਾਣ ਕੇ। ਲਖ ਕਰ ਤੇ ਅਨਸਾਰ। ਆਪਣੇ ਮਨ ਨੂੰ ਹਾਥੀ ਦੀ ਨਿਆਈ ਜਾਣ ਕੇ ਤੇ ਗੁਰੂ ਸਾਹਿਬ ਜੀ ਦੇ ਬਚਨ ਆ ਕੁੰਡੇ ਦੀ ਨਿਆਈ ਜਾਣ ਕੇ। ਜਿਵੇਂ ਹਾਥੀ ਉਹ ਕੁੰਡੇ ਦੇ ਵਸ ਹੈ, ਜਿੱਧਰ ਕੁੰਡਾ ਵਾਜੇ ਦੇ ਮੱਥੇ 'ਚ ਉਹਨੂੰ ਤੁਰਿਆ ਜਾਂਦਾ ਹੈ। ਮਹਾਵਤ ਲੋਕ ਕੁੰਡਾ ਮਾਰਦੇ ਹਾਥੀ ਦੇ ਮੱਥੇ ਉੱਪਰ ਬੈਠੇ ਹੁੰਦੇ ਹੈ। ਗੋਪਾਲ ਪਾਂਦੇ ਨੇ ਆਪਣੇ ਮਨ ਨੂੰ ਹਾਥੀ ਦੀ ਤਰ੍ਹਾਂ ਜਾਣ ਕੇ, ਗੁਰੂ ਸਾਹਿਬ ਜੀ ਦੇ ਬਚਨ ਕੁੰਡੇ ਦੀ ਤਰ੍ਹਾਂ ਜਾਣ ਕੇ ਉਹਨਾਂ ਬਚਨਾਂ ਦਾ ਅਨਸਾਰੀ ਹੋਇਆ ਹੈ। ਚੌਪਈ ਕਲਾਵਾਨ ਤੁਮ ਮੈਂ ਮਨ ਜਾਣੇ। ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਮੈਂ ਮਨ ਵਿੱਚ ਜਾਣ ਲਿਆ ਕਿ ਤੁਸੀਂ ਤਾਂ ਬੜੇ ਸ਼ਕਤੀ ਵਾਲੇ ਹੋ। ਰੁਚਿਰ ਬਚਨ ਦਾਨੀ ਕਲਿਆਣੇ। ਤੁਹਾਡੀ ਬਾਣੀ ਬੜੀ ਸੁੰਦਰ ਹੈ, ਮੁਕਤੀ ਨੂੰ ਦੇਣ ਵਾਲੀ ਹੈ। ਇੱਕ ਸ਼ੰਕਾ ਸੋ ਸ਼ੰਕਤ ਮਨ ਹੈ। ਇੱਕ ਸ਼ੰਕਾ ਜਿਹੜਾ ਮੇਰੇ ਮਨ ਵਿੱਚ ਆ ਹੋ ਗਿਆ, ਮੇਰੇ ਮਨ ਨੂੰ ਹੋਰ ਇੱਕ ਸੰਸਾ ਹੋ ਗਿਆ ਮਹਾਰਾਜ। ਉੱਤਰ ਦੇਹੋ ਲਖਿਓ ਗੁਰੂ ਜਨ ਹੈ। ਮੈਂ ਆਪ ਜੀ ਨੂੰ ਗੁਰੂ ਜਾਣ ਲਿਆ ਹੈ, ਤੁਸੀਂ ਮੇਰੇ ਗੁਰੂ ਹੈ, ਇਸ ਕਰਕੇ ਮੈਨੂੰ ਆਪਣਾ ਸ਼ਿਸ਼ ਬਾਲਕ ਜਾਣ ਕੇ ਉੱਤਰ ਦਿਓ ਜੀ। ਜੇ ਸੁਲਤਾਨ ਖਾਨ ਫਸਨੇਹੂ। ਆ ਜਿਹੜੇ ਮਹਾਰਾਜ ਵੇਖੋ ਇੱਕ ਸੁਲਤਾਨ ਹੈ, ਚੱਕਰਵਰਤੀ ਪਾਤਸ਼ਾਹ ਆ ਖਾਨ ਬਹਾਦਰ ਆ ਨੇ ਮੋਹ ਵਿੱਚ ਫਸ ਜਾਂਦੇ ਐ। ਨਾਮ ਸਮਾਰਹਿ ਭੂਲ ਨਾ ਕੇਹੂ। ਉਹ ਐਸਾ ਮੋਹ 'ਚ ਫਸ ਜਾਂਦੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹਨੂੰ ਤੇ ਕਿਤੇ ਆ ਭੁੱਲ ਕੇ ਵੀ ਨਹੀਂ ਸੰਭਾਲਦੇ ਵੀ ਸਿਮਰਨ ਕਰ ਹੀ ਲਈਏ ਕਿਤੇ ਘੜੀ ਦੋ ਘੜੀ। ਤਿਨ ਕੋ ਕਿਉ ਪੈ ਦੇਤ ਨਾ ਸੁਆਮੀ। ਮਹਾਰਾਜ ਇਹੋ ਜਿਹੇ ਸੁਲਤਾਨ ਉਹ ਜਿਹੜੇ ਖਾਨ ਬਹਾਦਰ ਬਣੇ ਫਿਰਦੇ ਆ, ਉਹਨਾਂ ਨੂੰ ਉਹ ਸੁਆਮੀ ਪਰਮੇਸ਼ਰ ਕਿਉਂ ਨਹੀਂ ਪੈ ਦਿੰਦਾ ਕਿ ਪੈ ਦਵੇ, ਡਰ ਦਵੇ, ਜਿਸ ਕਰਕੇ ਡਰ ਕੇ ਉਹ ਨਾਮ ਜਪਣ। ਜਾਂਤੇ ਸਿਮਰਹਿ ਅੰਤਰਜਾਮੀ। ਜਿਸ ਵਾਸਤੇ ਉਹ ਅੰਤਰਜਾਮੀ ਪਰਮੇਸ਼ਰ ਨੂੰ ਸਿਮਰਨ ਯਾਦ ਕਰਨ, ਉਹ ਕਿਉਂ ਨਹੀਂ ਮਾਲਕ ਉਹਨਾਂ ਲੋਕਾਂ ਇਹੋ ਜਿਹਿਆਂ ਨੂੰ ਭੈ ਦਿੰਦਾ ਹੈ। ਨਿਰਭੈ ਵਿਸ਼ਨ ਮਹਿ ਰਚ ਮਾਨਵ। ਇਹੋ ਜਿਹੇ ਜਿਹੜੇ ਮਨੁੱਖ ਹੈ ਸਗੋਂ ਆ ਵਿਸ਼ਿਆਂ ਦੇ ਵਿੱਚ ਹੀ ਨਿਰਭੈ ਹੋ ਕੇ ਰਚੇ ਰਹਿੰਦੇ, ਆਪਣੀ ਮਨ ਮਰਜ਼ੀ ਨਾਲ ਹੀ ਮੰਦੇ ਕੰਮ ਕਰੀ ਜਾਂਦੇ ਬੜੀ ਮੌਜ ਨਾਲ। ਭੂਲੇ ਭਜਨ ਨਾਕ ਨਹ ਜਾਣਵ। ਤੇ ਉਹ ਪਰਮੇਸ਼ਰ ਦਾ ਜਿਹੜਾ ਭਜਨ ਸਿਮਰਨ ਹੈ
ਉਹ ਤੇ ਕਿਤੇ ਭੁੱਲ ਕੇ ਵੀ ਨਹੀਂ ਆ ਜਾਣਦੇ ਉਹਨੂੰ ਵੀ ਵਾਹਿਗੁਰੂ ਦਾ ਨਾਮ ਹੀ ਕੋਈ ਚੀਜ਼ ਹੈ। ਖਚਿਤ ਹੋਏ ਰਹਿੰਦੇ ਵਿਸ਼ਿਆਂ ਵਿਕਾਰਾਂ ਵਿੱਚ। ਮਨ ਕੀ ਤਨ ਧਨ ਮਹਿ ਅਤ ਪ੍ਰੀਤੂ। ਉਹਨਾਂ ਦੀ ਮਨ ਦੀ ਵੀ ਤੇ ਸਰੀਰ ਦੀ ਵੀ ਧਨ ਵਿੱਚ ਤੇ ਐਸੀ ਬਹੁਤ ਹੀ ਜ਼ਿਆਦਾ ਪ੍ਰੀਤੀ ਲਾਈ ਹੋਈ, ਪ੍ਰੇਮ ਲੱਗਾ ਹੋਇਆ ਮਾਇਆ ਵਿੱਚ ਉਹਨਾਂ ਦਾ। ਤਜ ਨਾ ਸਕਹਿ ਚਿਤ ਦ੍ਰਿੜ ਪਰਤੇਤੀ ਤੂ। ਉਹਨਾਂ ਦੀ ਐਸੀ ਪ੍ਰੀਤੀ ਚਿੱਤ ਦੀ ਪੱਕੀ ਹੋਈ ਉਹ ਮਾਇਆ ਵਿੱਚ, ਕਿਤੇ ਉਹ ਛੱਡ ਹੀ ਨਹੀਂ ਸਕਦੇ। ਦੋਹਰਾ ਫਿਰਤਾ ਸੀ ਸੰਸਾਰ ਮਹਿ। ਮਹਾਰਾਜ ਉਹ ਤੇਵੇਂ ਜਾਣਦੇ ਸੰਸਾਰ ਵਿੱਚ ਕਿ ਸਦਾ ਜੀਂਦੇ ਰਹਿਣਾ, ਅਸੀਂ ਨਹੀਂ ਮਰਨਾ ਮੁਰਨਾ, ਬਾਕੀ ਸਾਰੇ ਮਰ ਖਪ ਜਾਣੇ ਐ। ਲੱਖ ਸੰਚਤ ਅਤਰਾਥ। ਇਸ ਸੰਸਾਰ ਵਿੱਚ ਸਦਾ ਜੀਂਦੇ ਰਹਿਣਾ, ਮੈਂ ਨਾ ਮਰਬੋ ਮਰਬੋ ਸੰਸਾਰਾ, ਦੁਨੀਆ ਨੇ ਮਰ ਜਾਣਾ, ਅਸੀਂ ਨਹੀਂ ਮਰਨਾ। ਇਸ ਗੱਲ ਨੂੰ ਜਾਣ ਕੇ ਤੇ ਮਾਇਆ ਰਾਤ ਦਿਨ ਇਕੱਠੀ ਕਰੀ ਜਾਂਦੇ ਹੈ। ਸੁਨਤ ਸ਼੍ਰੋਨਨ ਆਨਨ ਭਨਤ। ਸੁਨਤ ਸ਼੍ਰੋਨ ਆਨਨ ਭਨਤ। ਸੁਣ ਕੇ ਗੋਪਾਲ ਪਾਂਦੇ ਦੇ ਇਹੋ ਜਿਹੇ ਬਚਨ ਕਿ ਇਹੋ ਜਿਹੇ ਲੋਕ ਹੈ ਮਹਾਰਾਜ, ਉਹ ਸੁਲਤਾਨ ਖਾਨ ਮੂੰਹ 'ਚ ਐਸੇ ਫਸ ਜਾਂਦੇ ਆ ਤੇ ਮਾਇਆ ਪਿੱਛੇ ਐਸੀ ਉਹਨਾਂ ਦੀ ਪ੍ਰੀਤੀ ਹੈ, ਰਾਤ ਦਿਨ ਇੱਕ ਕਰ ਦਿੰਦੇ ਹੈ। ਵਾਹਿਗੁਰੂ ਦਾ ਜਿਹੜਾ ਭਜਨ ਹੈ ਉਹ ਤੇ ਕਿਤੇ ਭੁੱਲ ਕੇ ਵੀ ਨਹੀਂ ਸਿਮਰਦੇ, ਚੇਤੇ ਨਹੀਂ ਕਰਦੇ, ਪਤਾ ਹੀ ਨਹੀਂ ਉਹਨਾਂ ਨੂੰ ਲੱਗਦਾ ਕਦੋਂ ਦਿਨ ਚੜ੍ਹਦਾ ਕਦੋਂ ਡੁੱਬ ਜਾਂਦਾ। ਵਿਸ਼ੇ ਵਿਕਾਰਾਂ ਵਿੱਚ ਰਾਤ ਦਿਨ ਲੰਘ ਜਾਂਦੀ ਉਹਨਾਂ ਦੀ। ਇਹੋ ਜਿਹੇ ਬਚਨ ਸੁਣ ਕੇ ਗੁਰੂ ਜੀ ਨੇ ਆਪਣੇ ਮੁਖ ਤੋਂ ਇਵੇਂ ਕਿਹਾ, ਨਾਨਕ ਦੀਨਾਨਾਥ। ਇਵੇਂ ਸ਼ਬਦ ਉਚਾਰਨ ਕੀਤਾ ਜੋ ਗੁਰੂ ਨਾਨਕ ਸਾਹਿਬ ਜੀ ਆ ਗਰੀਬਾਂ ਦੇ ਮਾਲਕ। ਸ਼੍ਰੀ ਮੁਖਵਾਕ ਪੈ ਤੇਰਾ ਡਰ ਅਗਲਾ। ਮਹਾਰਾਜ ਕਹਿਣ ਲੱਗੇ ਗੋਪਾਲ ਪਾਂਦੇ ਆ ਤੇਰੇ ਤਾਂ ਹੀ ਦੱਸਦੇ ਆ, ਇਹੋ ਜਿਹੇ ਜਿਹੜੇ ਲੋਕ ਹੈ ਨਾ ਸੁਲਤਾਨ ਖਾਨ, ਉਹਨਾਂ ਨੂੰ ਇੱਥੇ ਵੀ ਭੈ ਹੋ ਜਾਂਦਾ ਹੈ, ਉਹ ਅਗਲੇ ਪਾਸੇ ਪਰ ਲੋਕ ਦਾ ਵੀ ਅਗਲਾ ਬੜਾ ਡਰ ਹੁੰਦਾ ਹੈ। ਖਪ ਖਪ ਸਿਜੈ ਦੇਹ। ਇਹ ਵਿਸ਼ੇ ਵਿਕਾਰਾਂ ਵਿੱਚ ਪਿਆ ਹੋਇਆਂ ਦੀ ਜਿਹੜੀ ਖੱਬ ਖੱਬ ਕੇ ਜਿਹੜੀ ਦੇਹ ਨਾ ਅੰਤ ਨੂੰ ਉਹ ਵੀ ਕਮਜ਼ੋਰ ਹੋ ਜਾਂਦੀ ਹੈ। ਨਾਵ ਜਿਨਾ ਸੁਲਤਾਨ ਖਾਨ। ਦੁਬਾਰਾ ਪੜ। ਨਾਮ ਜਿਨਾ ਸੁਲਤਾਨ ਖਾਨ। ਆ ਜਿਨ੍ਹਾਂ ਦਾ ਦੁਨੀਆ ਵਿੱਚ ਚੱਕਰਵਰਤੀ ਪਾਤਸ਼ਾਹ ਤੇ ਆ ਖਾਨ ਬਹਾਦਰ ਸਾਹਿਬ ਨਾਮ ਪਿਆ ਹੋਇਆ ਹੈ। ਹੋਦੇ ਡਿਠੇ ਖੇਹ। ਅੰਤ ਨੂੰ ਪਰਲੋਕ ਦੇ ਵਿੱਚ ਆਖੇ ਤੇ ਇਸੇ ਤਰ੍ਹਾਂ ਦੁਨੀਆ ਵਿੱਚ ਵੀ ਮਿੱਟੀ ਹੁੰਦੇ ਵੇਖੇ ਜਾਂਦੇ ਐ। ਨਾਨਕ ਉੱਠੀ ਚੱਲਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਸੁਲਤਾਨ ਖਾਨ ਆ ਇੱਥੋਂ ਉੱਠ ਕੇ ਚਲਿਆ ਜਾਂਦਾ ਦੁਨੀਆ ਤੋਂ, ਸਭ ਕੂੜੇ ਟੁੱਟੇ ਨੇ। ਆ ਸਾਰੇ ਜਿਹੜੇ ਝੂਠੇ ਨੇ ਪ੍ਰੇਮ ਹੈ ਨਾ ਜਿਹਦੇ ਕਰਕੇ ਭੱਜਾ ਫਿਰਦਾ ਬੰਦਾ ਰਾਤ ਦਿਨ, ਇਹ ਸਾਰੇ ਨੇ ਮੋਹ ਟੁੱਟ ਜਾਂਦੇ। ਫਿਰ ਕੱਲਾ ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ। ਚੌਪਈ ਨਿਸ ਬਾਸਰ ਇਸ ਸਰਸ ਡਰਾਇਓ। ਆ ਰਾਤ ਦਿਨ ਜਿਹੜੇ ਧਰਮ ਗ੍ਰੰਥ ਹੈ ਸ਼ਾਸਤਰ ਹੈ ਇਸ ਜੀਵ ਨੂੰ ਆ ਬੜਾ ਡਰਾਇਆ ਹੋਇਆ ਹੈ ਉਹਨਾਂ ਨੇ। ਮੰਦ ਮਤੀ ਪਾਪੈ ਸੋ ਭਲਾਇਓ। ਚਾਰ ਪ੍ਰਕਾਰ ਹੈ ਨਾ ਤੂੰ ਮਾਨੈ ਖਟ ਵੀ ਏਕਾ ਬਾਤ ਵਖਾਨੈ। 10 ਅਸ਼ਟੀਮਲ ਏਕੋ ਕਹਿਆ ਤਾ ਵੀ ਜੋਗੀ ਭੇਦ ਨਾ ਲਹਿਆ। 4 ਵੇਦ 6 ਸ਼ਾਸਤਰ 18 ਪੁਰਾਣ ਧਰਮ ਗ੍ਰੰਥ ਡਰਾਉਂਦੇ ਜੀਵ ਨੂੰ। ਹੇ ਜੀਵ ਉਹ ਪਰਮੇਸ਼ਰ ਦਾ ਤੂੰ ਨਾਮ ਸਿਮਰਨ ਕਰ ਲੈ। ਵੇਖ ਉੱਥੇ ਵਾਲੋਂ ਨਿੱਕੀ ਪੁਰ ਸਲਾਤ ਪੁਲ ਬੜਾ ਜਿਹੜਾ ਬਰੀਕ ਹੈ, ਵਾਲ ਤੋਂ ਵੀ ਨਿੱਕਾ, ਦੇ ਅੰਗ ਕੱਟੇ ਜਾਣਗੇ ਤੇਰੇ ਜੇ ਤੂੰ ਸਿਮਰਨ ਨਾ ਕੀਤਾ। ਬੜਾ ਡਰਾਇਆ ਹੈ ਇਸ ਜੀਵ ਨੂੰ ਸ਼ਾਸਤਰਾਂ ਨੇ ਕਹਿ ਕਹਿ ਕੇ। ਪਰ ਇਹ ਜੀਵ ਐਸੀ ਭੈੜੀ ਮੱਤ ਵਾਲਾ, ਐਸੀ ਮੰਦੀ ਮੱਤ ਵਾਲਾ ਹੈ, ਇਸ ਨੇ ਤੇ ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਭੈ ਤੇ ਭੁਲਾਇਆ ਹੀ ਹੋਇਆ ਸੁਣ ਕੇ ਵੀ ਨਹੀਂ ਮੰਨਦਾ। ਛਿਨ ਛਿਨ ਆਯੁਰ ਬੀਤਤ ਜਾਏ। ਆ ਛਿਨ ਛਿਨ ਕਰਕੇ ਬੀਤ ਜਾ ਹੈ, ਬੀਤ ਜਾ ਹੈ ਜਨਮ ਆਕਾਸ਼ ਦੇ ਜਨਮ ਲੰਘਦਾ ਜਾ ਰਿਹਾ ਹੈ। ਛਿਨ ਛਿਨ ਥੋੜੇ ਥੋੜੇ ਸਮੇਂ ਨਾਲ ਇਹਦੀ ਉਮਰ ਬੀਤਦੀ ਜਾ ਰਹੀ ਜੀਵ ਦੀ। ਦਿਨ
ਦਿਨ ਦੇਹ ਦਸ਼ਾ ਪਲਟਾਈ। ਦਿਨ ਦਿਨ ਇਹਦੀ ਜਿਹੜੀ ਦੇਹ ਦੀ ਦਸ਼ਾ ਹਾਲਤ ਹੈ ਉਹ ਵੀ ਪਲਟ ਰਹੀ ਹੈ, ਉਮਰ ਘਟ ਰਹੀ ਹੈ, ਸਰੀਰ ਜਿਹੜਾ ਘਟ ਰਿਹਾ ਹੈ। ਵਿਸ਼ਯਨ ਮਹਿ ਖਪ ਬਹੁ ਕਰਨੇਹਾ। ਆ ਵਿਸ਼ਿਆਂ ਦੇ ਵਿੱਚ ਬਹੁਤਾ ਖੱਬ ਕੇ ਬੜਾ ਇਹ ਮੋਹ ਪ੍ਰੇਮ ਕਰਦਾ, ਕਿਤੇ ਹਟਦਾ ਨਹੀਂ ਢਾਇਆ। ਅੰਤ ਕਾਲ ਮਹਿ ਸੀਜਤ ਦੇਹਾ। ਗੋਪਾਲ ਪਾਂਦੇ ਅੰਤ ਕਾਲ ਨੂੰ ਇਹੋ ਜਿਹੇ ਜਿਹੜੇ ਲੋਕ ਹੈ ਉਹਨਾਂ ਦੀ ਜਿਹੜੀ ਦੇਹ ਆ ਉਹ ਵਿਸ਼ੇ ਭੋਗ ਭੋਗ ਕੇ ਆ ਸਰੀਰ ਕਰਕੇ ਕਮਜ਼ੋਰ ਹੋ ਜਾਂਦੀ, ਘਟ ਜਾਂਦੀ, ਔਖਾ ਹੁੰਦਾ ਜੀਵ ਇਹ। ਨਾਉ ਖਾਨ ਸੁਲਤਾਨ ਪਨੇਹੀ। ਆ ਜਿਨ੍ਹਾਂ ਦਾ ਸੁਲਤਾਨ ਸਾਹਿਬ ਚੱਕਰਵਰਤੀ ਪਾਤਸ਼ਾਹ ਵੀ ਖਾਨ ਬਹਾਦਰ ਸਾਹਿਬ ਸਰਦਾਰ ਸਾਹਿਬ ਜੀ ਆਏ, ਜਿਨ੍ਹਾਂ ਦੇ ਐਵੇਂ ਨਾਮ ਕਹੇ ਜਾਂਦੇ ਐ। ਦ੍ਰਿਸ਼ਟਾਵਤ ਹੈ ਮਿਲਤੇ ਖੇਹੀ। ਦ੍ਰਿਸ਼ਟਾਵਤ ਹੈ ਮਿਲਤੇ ਖੇਹੀ। ਆ ਵੇਖੇ ਜਾਂਦੇ ਉਹ ਅੰਤ ਨੂੰ ਉਹ ਖੇਹੀ ਹੁੰਦੇ ਇਹੋ ਜਿਹੇ ਸੁਲਤਾਨ ਖਾਨ। ਅੰਤ ਨੂੰ ਉਹ ਜਿਹੜੇ ਲੋਕ ਬਦਮਾਸ਼ ਲੋਕ ਖੇਹੀ ਹੁੰਦੇ ਵੇਖੇ ਜਾਂਦੇ। ਇੱਥੇ ਵੀ ਉਹ ਸੱਚੀ ਦਰਗਾਹ ਦੇ ਵਿੱਚ ਵੀ ਉਹ ਖੇਹੀ ਹੁੰਦੇ, ਉਹਨਾਂ ਦੀ ਬੁਰੀ ਹਾਲਤ ਹੁੰਦੀ ਹੈ। ਪੂਰੋ ਨਿਹੋ ਦੇਹ ਤਨ ਜੋ। ਆ ਜਿਹੜਾ ਝੂਠਾ ਮੋਹ ਪ੍ਰੇਮ ਹੈ ਤੇ ਇਵੇਂ ਜਿਹੜਾ ਧਨ ਹੈ ਇਹਦੇ ਵਿੱਚ ਹੀ ਜਿਹੜਾ ਸਰੀਰ। ਛੋੜ ਚੱਲਿਓ ਬਸ ਚਲਤ ਨਾ ਕੋ। ਜਿਹੜਾ ਝੂਠਾ ਇਹ ਸਰੀਰ ਦਾ ਮੋਹ ਹੈ, ਧਨ ਦਾ ਮੋਹ ਹੈ, ਇਹ ਜੀਵ ਛੱਡ ਕੇ ਚਲਿਆ ਜਾਂਦਾ, ਫਿਰ ਇਹਦਾ ਕੋਈ ਵਸ ਨਹੀਂ ਚੱਲਦਾ ਹੈ। ਆ ਨਾਂਗੋ ਆਇਆ ਨਾਂਗੋ ਜਾਸੀ, ਨਾਂਗੇ ਆਵਣ ਨਾਂਗੇ ਜਾਨਾ, ਕੋਈ ਨਾ ਰਹਿ ਰਾਜਾ ਰਾਣਾ। ਆ ਕੋਈ ਰਾਜਾ ਰਾਣਾ ਨਹੀਂ ਰਹਿੰਦਾ, ਫਿਰ ਨੰਗੇ ਆਉਂਦੇ ਨੰਗੇ ਚਲੇ ਜਾਂਦੇ ਇੱਥੋਂ। ਨਹ ਜਾਵਹਿ ਇਹ ਸੰਗ ਅਗਾਰੀ। ਇਹ ਜਿਹੜੇ ਇਹ ਝੂਠੇ ਮੋਹ ਪ੍ਰੇਮ ਕਰਦਾ ਹੈ, ਮੇਰੇ ਬੱਚੇ, ਮੇਰੀ ਘਰਵਾਲੀ, ਮੇਰੇ ਸਕੇ ਸੰਬੰਧੀ, ਇਹ ਗੋਪਾਲ ਪਾਂਦੇ ਜੀਵ ਦੇ ਅੱਗੇ ਨਹੀਂ ਨਾਲ ਜਾਂਦੇ। ਜਿਨਹ ਹੇਤ ਨਿਜ ਬਾਜੀ ਹਾਰੀ। ਅੱਜ ਜਿਨ੍ਹਾਂ ਦੇ ਵਾਸਤੇ ਇਸ ਮਨੁੱਖ ਨੇ ਆਪਣੀ ਜੀਵਨ ਦੀ ਬਾਜੀ ਹਾਰ ਦਿੱਤੀ। ਅੱਗ ਦੇ ਗੁਰੂ ਘਰ ਆਇਆ, ਇਹਨਾਂ ਰਾਤ ਦਿਨ ਇੱਕ ਘਰ ਛੱਡਿਆ, ਜਿਨ੍ਹਾਂ ਬੱਚਿਆਂ ਵਾਸਤੇ, ਜਿਸ ਪਰਿਵਾਰ ਵਾਸਤੇ। ਹੇ ਗੋਪਾਲ ਪਾਂਦੇ ਇੱਕ ਦਿਨ ਨੂੰ ਜਦੋਂ ਜੀਵ ਮਰਦਾ ਨਾ ਦੁਨੀਆ ਤੋਂ, ਇਹ ਨਾਲ ਨਹੀਂ ਜਾਂਦੇ। ਇਹ ਜਿਹੜਾ ਘਰ ਹੈ, ਜਾਇਦਾਦ ਹੈ, ਇਹ ਸਾਰਾ ਕੁਝ ਹੀ ਬਗਾਨਾ ਹੋ ਜਾਂਦਾ ਹੈ। ਤੋ ਤਨ ਤਿਆਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜ ਜੈ ਹੈ। ਪੁੱਤਰ ਕਲਤਰ ਸੋ ਮਿੱਤਰ ਸਖਾ ਇਹ ਬੇਗ ਨਿਕਾਰ ਹੋ ਆਸ਼ ਦੈ ਹੈ। ਭੌਣ ਭੰਡਾਰ ਧਰਾ ਗਿੜ ਜੇਤਕ ਛਾੜਤ ਪ੍ਰਾਨ ਬਿਗਾਨ ਕਹੈ ਹੈ। ਚੇਤਰੇ ਚੇਤ ਅਚੇਤ ਮਹਾਪਸ ਅੰਤ ਕੀ ਬਾਰ ਅਕੇਲੋਈ ਜੈ ਹੈ। ਅੰਤ ਕੀ ਬਾਰ ਪਰਮੇਸ਼ਰ ਦਾ ਇਕੱਲਾ ਨਾਮ ਜਾਂਦਾ ਹੈ। ਇਹ ਜਿਹੜੇ ਜੀਵ ਦੇ ਨਾਲ ਇਹ ਜ਼ਮੀਨ ਹੈ, ਇਹ ਕਿਲੇ ਹੈ, ਇਸਤਰੀ ਹੈ, ਧੀਆਂ ਪੁੱਤਰ ਸਕੇ ਸੰਬੰਧੀ ਸਾਰੇ ਬੇਗਾਨੇ ਹੋ ਜਾਂਦੇ ਹੈ। ਇਹ ਸਾਰੇ ਬੇਗਾਨਿਆਂ ਵਾਂਗ ਛੱਡ ਆਉਂਦੇ ਹੈ। ਇਹ ਗੁਰੂ ਸਾਹਿਬ ਜੀ ਗੋਪਾਲ ਪਾਂਦੇ ਦੇ ਰਾਹੀਂ ਸਾਨੂੰ ਉਪਦੇਸ਼ ਕਰ ਰਹੇ ਹਨ। ਗੁਰੂ ਜੀ ਦਾ ਮਹਾਨ ਪਾਵਨ ਪਵਿੱਤਰ ਉਪਦੇਸ਼ ਹੈ। ਸਮੇਂ ਦੀ ਸਮਾਪਤੀ ਦੇ ਕਾਰਨ ਆਪਾਂ ਇੱਥੇ ਪ੍ਰਸੰਗ ਦੀ ਸਮਾਪਤੀ ਕਰਦੇ, ਕਿਉਂਕਿ ਪ੍ਰਸੰਗ ਦੇ ਲਈ 10 ਕੁ ਪੌੜੀਆਂ ਪਈਆਂ ਹੈ, ਫਿਰ ਵਿੱਚ ਛੱਡਿਆ ਜਿਹੜਾ ਠੀਕ ਨਹੀਂ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਗੋਪਾਲ ਪਾਂਦੇ ਦੇ ਰਾਹੀਂ ਸਾਨੂੰ ਜੋ ਮਹਾਨ ਪਾਵਨ ਪਵਿੱਤਰ ਉਪਦੇਸ਼ ਵੈਰਾਗਮਈ ਕਰਾ ਰਹੇ ਸਰਵਣ। ਗੁਰੂ ਜੀ ਦੀ ਮਹਾਨ ਕਥਾ, ਗੁਰੂ ਜੀ ਦੇ ਮਹਾਨ ਬਚਨ ਹੈ। ਕਈ ਇਹੋ ਜਿਹੇ ਬਚਨ ਸੁਣ ਕੇ ਤੋਂ ਘਰ ਵਿੱਚ ਬੈਠੇ ਉਹ ਚੀਚੀਆਂ ਜਿਹੇ ਮਨ 'ਚ ਲੈਂਦੇ ਵੀ ਇਹ ਕੀ ਕਥਾ ਹੈ, ਕੀ ਕਹਿ ਰਿਹਾ ਹੈ। ਪਰ ਗੁਰੂ ਸਾਹਿਬ ਜੀ ਦੀ ਇਹ ਸੱਚ ਦੀ ਕਥਾ ਹੈ। ਜਿਹੜੀ ਸੱਚ ਦੀ ਕਥਾ ਸੱਚ ਰੂਪ ਜੀ ਕਹਿਣੀ ਬਣਦੀ ਹੈ। ਇਹਦੇ ਵਿੱਚ ਕੀ ਲੁਕਾ ਅਤੇ ਕੀ ਛੁਪਾ, ਜਿਵੇਂ ਗੁਰੂ ਜੀ ਦੀ ਸਿੱਖਿਆ ਹੈ ਉਸੇ ਤਰ੍ਹਾਂ ਇੱਥੇ ਲਿਖਿਆ ਹੋਇਆ। ਉਸੇ ਤਰ੍ਹਾਂ ਜਿਹੜਾ ਕੋਈ ਕਥਾਵਾਚਕ ਬਗਤਾ ਨੂੰ ਕਹਿਣ ਦਾ ਫਰਜ਼ ਹੈ ਉਹ ਕਹਿ ਸਕਦਾ ਹੈ। ਬਾਕੀ ਰਹੀ ਗੱਲ ਦੁਨੀਆ ਦੀ, ਦੁਨੀਆ ਨਾ ਕਦੀ ਖੁਸ਼ ਹੋਈ ਹੈ ਅਤੇ ਨਾ ਹੋ ਸਕਦੀ ਹੈ। ਗੁਰੂ ਸਾਹਿਬ ਦੇ ਸਮੇਂ ਵੀ ਇਸੇ ਤਰ੍ਹਾਂ ਦੇ ਲੋਕ ਸੀ ਜਿਹੜੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਕਰਾਹੀਆ ਖੋਟਾ ਰਾਹੀ ਕਹਿੰਦੇ ਸੀ ਵੀ ਖੋਟੇ ਰਾਹ 'ਤੇ ਪਿਆ ਹੋਇਆ ਹੈ ਗੁਰੂ ਨਾਨਕ। ਆ ਕਰਦੇ ਕੰਮ ਧੰਦੇ ਛੱਡ ਕੇ ਅਤੇ ਆ ਗੋਦੜੀ ਜੀ ਧਾਰਨ ਕੀਤੀ ਹੋਈ ਹੈ ਅਤੇ ਕਦੀ ਇੱਧਰ ਕਦੀ ਉੱਧਰ ਫਿਰ ਰਹੇ ਹੈ। ਉਹ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਇਹੋ ਜਿਹੀਆਂ ਗੱਲਾਂ ਕਰਦੇ ਸੀ। ਪਹਾੜੀ ਲੋਕ ਦਸਮ ਪਿਤਾ ਜੀ ਨੂੰ ਵੀ ਮਹਾਰਾਜ ਨੂੰ ਐਵੇਂ ਉਹ ਬੁਰਾ ਭਲਾ ਕਹਿੰਦੇ ਸੀ। ਪਰ ਗੁਰੂ ਮਹਾਰਾਜ ਸੱਚ ਦੇ ਪੈਰੇ 'ਤੇ ਰਹਿੰਦਿਆਂ ਹੋਇਆਂ ਜ਼ਾਲਮਾਂ ਦੇ ਮੂੰਹ ਭੰਨੇ ਸਨ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਥਾ ਹੈ।
ਇਵੇਂ ਜਿਹੜਾ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਵਿਚਾਰਾਂ ਦੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ ਜੀ। ਕੂਰੋ ਨਿਹੋ ਦਿਹੈ ਤਨ ਜੋ, ਛੋੜ ਚਲਿਓ ਬਸ ਚਲਤ ਨਾ ਕੋ। ਨਹ ਜਾਵਹਿ ਇਹ ਸੰਗ ਅਗਾਰੀ, ਜਿਨਹਿ ਹੇਤ ਨਿਜ ਬਾਜੀ ਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਦਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹਿਯ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋ